सत श्री अकाल स्टूडेंट्स। जिवें कि तुसीं सारे जानते ही हो कि लॉकडाउन के करके स्कूल ते कॉलेजेस जिहड़े आ पूरी तरह नाल बंद ने। बट आपां जिहड़ा आ लॉकडाउन के करके अपनी जिहड़ी स्टडी आ उहनूं खराब नहीं करना। आपां टैक्नोलॉजी का जिहड़ा पूरा यूज़ करना। जिद्दां टैक्नोलॉजी तुसीं अपने एंटरटेनमेंट वास्ते यूज़ करदे आ, मूवीज़ देखण लई जां गेम्स खेडण लई, उदां ही आपां जिहड़ा तुहाडा टैक्नोलॉजी आ तुसीं इहनूं अपनी स्टडी वास्ते भी जिहड़ा यूज़ करना है। ठीक है। सो असी जिहड़ा आ तुहाडे वास्ते ऑनलाइन लैक्चर्स जिहड़े आ प्रिपेयर कर रहे हैं। ठीक है। सो तुसी जिहड़ा आ हुण 5वें समैसटर दे विच हो चुके हो। 5वें समैसटर दीयां क्लासेस जिहड़ियां तुहाडीआं स्टार्ट हो चुकीआं ने। 5वें समैसटर दे विच ही तुहाडा एक बहुत ही इंपॉर्टेंट ते बहुत ही प्रैक्टिकल जिहड़ा सबजैक्ट है जिहदा नाम है इलैक्ट्रिकल पावर 1। सो इलैक्ट्रिकल पावर 1 जिहड़ा सबजैक्ट आ, सब तो पहले तो तुहानूं ये चीज़ का पता होना चाहिए भी आपां जे कोई भी सबजैक्ट जिहड़ा है उहनूं पढ़ रहे हैं तो आपां उस सबजैक्ट नूं क्यों पढ़ रहे हैं, की नीड आपां नूं पढ़न दी, ते इस सबजैक्ट विच आपां नूं पढ़न नूं की मिलूगा। जिहड़ा इलैक्ट्रिकल पावर 1 सबजैक्ट आ इहदे विच तुसीं जिहड़ा आ अपनी जनरेशन तो लैके, जनरेशन मीन कि जिੱਥੋਂ अपनी इलैक्ट्रिसिटी जिहड़ी आ जनरेट हुंदी आ ਉੱਥੋਂ ਲੈ ਕੇ ਆਪਣੇ ਘਰ ਤੱਕ ਜਿਹੜੀ ਇਲੈਕਟ੍ਰਿਸਿਟੀ ਆ ਉਹ ਕਿੱਦਾਂ ਆਉਂਦੀ ਆ, ਕਿਹੜੇ ਕਿਹੜੇ ਕੰਪੋਨੈਂਟ ਯੂਜ਼ ਹੁੰਦੇ ਆ, ਕਿਹੜੇ ਕਿਹੜੇ ਵੇਜ਼ ਹੁੰਦੇ ਆ, ਕਿਹੜੇ ਤਰੀਕੇ ਹੁੰਦੇ ਆ, ਕਿਹੜੇ ਕਿਹੜੇ ਆਪਾਂ ਕੰਪੋਨੈਂਟਸ ਯੂਜ਼ ਕਰਦੇ, ਉਹ ਸਾਰੀਆਂ ਚੀਜ਼ਾਂ ਆਪਾਂ ਇਲੈਕਟ੍ਰੀਕਲ ਪਾਵਰ 1 ਦੇ ਵਿੱਚ ਜਿਹੜੀਆਂ ਆ ਆਪਾਂ ਡਿਸਕਸ ਕਰਨੀਆਂ। ਸੋ ਇਹਦੇ ਵਿੱਚ ਕੀ ਆ, ਹੁਣ ਆਪਣਾ ਇਲੈਕਟ੍ਰੀਕਲ ਪਾਵਰ 1 ਦੇ ਵਿੱਚ ਤੁਹਾਡਾ ਜਿਹੜਾ ਚੈਪਟਰ ਫਸਟ ਆ ਉਹਦਾ ਨਾਮ ਹੈਗਾ ਪਾਵਰ ਜਨਰੇਸ਼ਨ। ਇਸ ਚੈਪਟਰ ਦੇ ਵਿੱਚ ਤੁਸੀਂ ਸਾਰਿਆਂ ਨੇ ਇਹ ਪੜ੍ਹਨਾ ਹੈ ਕਿ ਆਪਣੀ ਜਿਹੜੀ ਇਲੈਕਟ੍ਰਿਸਿਟੀ ਆ ਉਹ ਕਿੱਦਾਂ ਜਨਰੇਟ ਹੁੰਦੀ ਆ, ਕਿਹੜੇ ਕਿਹੜੇ ਸੋਰਸਿਸ ਆ ਜਿਹੜੇ ਇਲੈਕਟ੍ਰਿਸਿਟੀ ਨੂੰ ਜਨਰੇਟ ਕਰਨ ਵਾਸਤੇ ਹੀ ਆਪਾਂ ਯੂਜ਼ ਕਰਦੇ ਹਾਂ। ਸੋ ਉਹਦੇ ਰਿਗਾਰਡਿੰਗ ਹੀ ਜਿਹੜਾ ਆਪਾਂ ਅੱਜ ਟੌਪਿਕ ਕਰਨਾ ਆ ਉਹਦਾ ਨਾਮ ਹੈਗਾ ਆ ਸੋਰਸਿਸ ਆਫ ਐਨਰਜੀ। ਸੋਰਸਿਸ ਆਫ ਐਨਰਜੀ ਮੀਨਸ ਕਿ ਕਿਹੜੇ ਕਿਹੜੇ ਸੋਰਸ ਆ ਜਿਨ੍ਹਾਂ ਤੋਂ ਆਪਾਂ ਆਪਣੀ ਇਲੈਕਟ੍ਰਿਸਿਟੀ ਬਣਾ ਸਕਦੇ ਹਾਂ। ਕਈ ਸੋਰਸ ਜਿਹੜੇ ਆ ਨੈਚੁਰਲ ਵੀ ਨੇ, ਕਈ ਜਿਹੜੇ ਨੇ ਮੈਨ ਮੇਡ ਵੀ ਨੇ। ਜਿਹੜੇ એનર્ਜੀ ਸੋਰਸਿਸ ਹੁੰਦੇ ਆ ਇਹਨਾਂ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਜਿਹੜਾ ਆ ਕੈਟਾਗਰਾਈਜ਼ ਕੀਤਾ ਹੁੰਦਾ। ਇੱਕ ਹੁੰਦੇ ਆ ਰੀਨਿਊਏਬਲ એનર્ਜੀ ਸੋਰਸਿਸ ਅਤੇ ਦੂਸਰੇ ਹੁੰਦੇ ਆ ਨੋਨ ਰੀਨਿਊਏਬਲ એનર્ਜੀ ਸੋਰਸਿਸ। ਠੀਕ। ਸੋ ਰੀਨਿਊਏਬਲ એનર્ਜੀ ਸੋਰਸਿਸ ਜਿੱਦਾਂ ਕਿ ਨਾਮ ਤੋਂ ਤੁਹਾਨੂੰ ਪਤਾ ਲੱਗਦਾ ਹੈ, ਰੀਨਿਊਏਬਲ ਮਤਲਬ ਕਿ ਜਿਨ੍ਹਾਂ ਨੂੰ ਆਪਾਂ ਦੁਬਾਰਾ ਯੂਜ਼ ਕਰ ਸਕਦੇ ਹਾਂ, ਜਾਂ ਫਿਰ ਜਿਹੜੇ ਕਿ ਆ 10 ਸਾਲਾਂ ਬਾਅਦ, ਹਰ 10 ਸਾਲ ਬਾਅਦ ਜਿਹੜੇ ਆ ਰੀਪਲੇਸ ਹੋ ਜਾਂਦੇ ਆ ਜਾਂ ਨਵੇਂ ਆਪਾਂ ਕਹਿ ਲਈਏ ਵੀ ਨਵੇਂ ਬਣ ਸਕਦੇ ਆ, ਉਹ ਹੁੰਦੇ ਆਪਣੇ ਰੀਨਿਊਏਬਲ ਸੋਰਸਿਸ। ਇਹਨਾਂ ਨੂੰ ਆਪਾਂ ਜਿਹੜਾ ਆ ਨੋਨ ਕਨਵੈਨਸ਼ਨਲ ਸੋਰਸਿਸ ਵੀ ਕਹਿ ਦਿੰਦੇ। ਇਹ ਚੀਜ਼ ਨੋਟ ਕਰ ਲਿਓ। ਰੀਨਿਊਏਬਲ ਸੋਰਸਿਸ ਨੂੰ ਜਿਹੜਾ ਆ ਆਪਾਂ ਨੋਨ ਕਨਵੈਨਸ਼ਨਲ ਸੋਰਸਿਸ ਵੀ ਕਹਿ ਦਿੰਦੇ ਹਾਂ। ਨੋਨ ਕਨਵੈਨਸ਼ਨਲ ਸੋਰਸਿਸ ਮਤਲਬ ਨਾ ਖਤਮ ਹੋਣ ਵਾਲੇ ਸੋਰਸਿਸ। ਇਹ ਸੋਰਸਿਸ ਜਿਹੜੇ ਆ ਕਦੀ ਖਤਮ ਨਹੀਂ ਹੋਣੇ। ਜਿੱਦਾਂ ਸਨ ਆ ਇਹ ਵੀ ਕਦੀ ਖਤਮ ਨਹੀਂ ਹੋਣਾ, ਵਿੰਡ ਆ ਹਵਾ ਆ ਇਹ ਵੀ ਕਦੀ ਖਤਮ ਨਹੀਂ ਹੋਣੀ, ਸੀ ਵੇਵਸ ਆ ਜਾਂ ਟਾਈਡਲਸ ਆ ਜਾਂ ਬਾਇਓਗੈਸ ਹੋ ਗਈ, ਮੈਨ ਮੇਡ ਬਾਇਓਗੈਸ ਆ ਅਤੇ ਵੁੱਡ ਹੋ ਗਈ, ਇਹ ਕਦੀ ਸੋਰਸਿਸ ਖਤਮ ਨਹੀਂ ਹੋਣੇ। ਸੈਕਿੰਡ ਆਪਣੇ ਕੋਲ ਆ ਜਾਂਦਾ ਨੋਨ ਰੀਨਿਊਏਬਲ ਸੋਰਸਿਸ ਜਾਂ ਫਿਰ ਇਹਨਾਂ ਨੂੰ ਆਪਾਂ ਕਨਵੈਨਸ਼ਨਲ ਸੋਰਸਿਸ ਵੀ ਕਹਿ ਦਿੰਦੇ ਹਾਂ, ਯਾਨੀ ਕਿ ਜਿਹੜੇ ਸੋਰਸਿਸ ਆਪਣੇ ਖਤਮ ਹੋ ਸਕਦੇ ਆ। ਜਿਵੇਂ ਕਿ ਡੈਫੀਨੇਸ਼ਨ ਦੇ ਵਿੱਚ ਵੀ ਲਿਖਿਆ ਸੋਰਸਿਸ ਵਿਚ ਵਨਸ ਯੂਜ਼ਡ ਅਪ ਕੈਨ ਨੋਟ ਬੀ ਰੀਪਲੇਸਡ, ਯਾਨੀ ਕਿ ਇੱਕ ਵਾਰ ਜਿਹਨਾਂ ਨੂੰ ਆਪਾਂ ਯੂਜ਼ ਕਰ ਲਿਆ ਦੁਬਾਰਾ ਨਹੀਂ ਯੂਜ਼ ਕਰ ਸਕਦੇ, ਜਾਂ ਫਿਰ ਉਹ 10,000 ਸਾਲ ਜਾਂ ਇਸ ਤੋਂ ਵੀ ਜ਼ਿਆਦਾ ਸਮਾਂ ਲੈਂਦੇ ਆ ਨਵਾਂ ਬਣਨ ਦੇ ਵਾਸਤੇ। ਜਿੱਦਾਂ ਕਿ ਐਗਜ਼ਾਮਪਲ ਇਹਦੇ ਕੀ ਆ, ਕੋਲ ਅਤੇ ਪੈਟਰੋਲੀਅਮ। ਕੋਲ ਤੁਸੀਂ ਘਰਾਂ ਦੇ ਵਿੱਚ ਵੀ ਆਪਣੇ ਯੂਜ਼ ਕਰਦੇ ਹਾਂ। ਕੋਲ ਨੂੰ ਆਪਾਂ ਇੱਕ ਵਾਰ ਬਰਨ ਕਰ ਲਿਆ, ਉਹਨੂੰ ਆਪਾਂ ਦੁਬਾਰਾ ਨਹੀਂ ਯੂਜ਼ ਕਰ ਸਕਦੇ। ਪੈਟਰੋਲੀਅਮ ਆ, ਪੈਟਰੋਲੀਅਮ ਦੇ ਅੱਗੇ ਪ੍ਰੋਡਕਟ ਜਿਹੜੇ ਆ ਡੀਜ਼ਲ ਅਤੇ ਪੈਟਰੋਲ ਆ, ਤੁਸੀਂ ਬਾਈਕਸ ਦੇ ਵਿੱਚ ਜਾਂ ਆਪਣੇ ਕਾਰ ਦੇ ਵਿੱਚ ਯੂਜ਼ ਕਰਦੇ ਆ। ਇੱਕ ਵਾਰ ਯੂਜ਼ ਕਰ ਲਿਆ ਆਪਾਂ ਇਹਨਾਂ ਨੂੰ ਦੁਬਾਰਾ ਨਹੀਂ ਯੂਜ਼ ਕਰ ਸਕਦੇ। ਸੋ ਇਹ ਹੋ ਗਿਆ ਆਪਣੇ ਕੋਲ ਨੋਨ ਰੀਨਿਊਏਬਲ ਜਾਂ ਫਿਰ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ। ਸੋ ਇਹ ਜਿਹੜੇ ਵੀ ਆਪਣੇ ਸਾਰੇ ਸੋਰਸ ਆ ਇਹਨਾਂ ਨੂੰ ਆਪਾਂ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨ ਵਾਸਤੇ ਵੀ ਯੂਜ਼ ਕਰ ਸਕਦੇ ਹਾਂ। ਅਤੇ ਕਿੱਦਾਂ ਯੂਜ਼ ਕਰਦੇ ਹਾਂ ਉਹ ਆਪਾਂ ਅੱਗੇ ਡਿਸਕਸ ਕਰਨਾ। ਸੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਸੋਰਸ ਡਿਸਕਸ ਕਰਨਾ ਉਹ ਹੈਗਾ ਆਪਣੇ ਕੋਲ ਸਨ ਜਾਂ ਸੂਰਜ। ਠੀਕ ਆ। ਸੋ ਸੂਰਜ ਜਿਹੜਾ ਆ ਇਹ ਇੱਕ ਪ੍ਰਾਇਮਰੀ ਸੋਰਸ ਆ, ਜਾਂ ਫਿਰ ਆਪਾਂ ਇਹਨੂੰ ਨੋਨ ਕਨਵੈਨਸ਼ਨਲ ਸੋਰਸ ਵੀ ਕਹਿ ਦਿੰਦੇ ਹਾਂ ਐਨਰਜੀ ਦਾ। ਪ੍ਰਾਇਮਰੀ ਸੋਰਸ ਹੈਗਾ ਐਨਰਜੀ ਦਾ ਅਤੇ ਬਹੁਤ ਜ਼ਿਆਦਾ ਆਪਾਂ ਐਨਰਜੀ ਤੋਂ ਲੈ ਸਕਦੇ ਹਾਂ। ਮੋਸਟ ਕਾਮਨਲੀ ਜਿਹੜਾ ਆਪਾਂ ਅੱਜ ਕੱਲ੍ਹ ਮੈਥਡ ਜਿਹੜਾ ਯੂਜ਼ ਕਰਦੇ ਹਾਂ ਸਨ ਦੀ ਐਨਰਜੀ ਨੂੰ ਇਲੈਕਟ੍ਰੀਸਿਟੀ 'ਚ ਕਨਵਰਟ ਕਰਨ ਵਾਸਤੇ, ਉਹ ਆਪਣੇ ਕੋਲ ਹੈਗਾ ਆ ਸੋਲਰ ਸੈੱਲ। ਤੁਸੀਂ ਕਾਫੀ ਦੇਖਿਆ ਵੀ ਹੋਊਗਾ ਵੱਡੀਆਂ ਬਿਲਡਿੰਗਸ ਜਿਹੜੀਆਂ ਹੈ ਜਾਂ ਇੰਡਸਟਰੀਜ਼ ਜਾਂ ਅੱਜ ਕੱਲ੍ਹ ਜਿਹੜੇ ਸਕੂਲਸ ਕਾਲਜਿਸ ਆ ਉਹਨਾਂ ਦੇ ਉੱਪਰ ਵੀ ਜਿਹੜੇ ਆ ਸੋਲਰ ਸੈੱਲ ਲੱਗ ਰਹੇ ਆ। ਘਰਾਂ ਦੇ ਵਿੱਚ ਵੀ ਆਪਾਂ ਸੋਲਰ ਸੈੱਲ ਲਗਾਉਂਦੇ ਹਾਂ। ਸੋ ਸੋਲਰ ਸੈੱਲ ਵੀ ਇੱਕ ਮੈਥਡ ਹੋ ਸਕਦਾ। ਸੈਕਿੰਡ ਮੈਥਡ ਆਪਣਾ ਜਿਹੜਾ ਆ ਉਹ ਇਹ ਹੋ ਸਕਦਾ ਕਿ ਆਪਾਂ ਜਿਹੜੀ ਸਨ ਦੀ ਹੀਟ ਆ ਉਹਨੂੰ ਆਪਾਂ ਇੱਕ ਪਰਟੀਕੂਲਰ ਜਗ੍ਹਾ 'ਤੇ ਫੋਕਸ ਕਰਕੇ
ਤੇ ਉਹਨੂੰ ਵਾਟਰ ਨੂੰ ਬੋਇਲ ਕਰਨ ਵਾਸਤੇ ਯੂਜ਼ ਕਰੀਏ। ਤੇ ਸੋ ਵਾਟਰ ਬੋਇਲ ਹੋਊਗਾ, ਉਹਦੀ ਸਟੀਮ ਬਣੂਗੀ, ਤੇ ਉਹ ਜਿਹੜੀ ਸਟੀਮ ਆ ਉਹਦੇ ਨਾਲ ਆਪਾਂ ਅੱਗੇ ਇਲੈਕਟ੍ਰੀਸਿਟੀ ਬਣਾ ਸਕਦੇ ਹਾਂ। ਕਿੱਦਾਂ ਬਣਾ ਸਕਦੇ ਹਾਂ ਉਹ ਨੈਕਸਟ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਇਮੇਜ ਤੋਂ ਸਾਰਾ ਸਮਝਾਉਣਾ। ਠੀਕ, ਸਨ ਨੂੰ ਯੂਜ਼ ਕਰਨ ਦੇ ਐਡਵਾਂਟੇਜਸ ਆਪਾਂ ਨੂੰ ਕੀ ਆ। ਸਨ ਜਿਹੜਾ ਇੱਕ ਤਾਂ ਫ੍ਰੀ ਆਫ ਕਾਸਟ ਹੈ, ਇਹਦੀ એનર્ਜੀ ਤੇ ਕੋਈ ਕਾਸਟ ਨਹੀਂ ਲੱਗਦੀ ਆਪਣੀ, ਇਹਦਾ ਜਿਹੜਾ ਕੋਈ ਵੀ ਪਾਵਰ ਲਾਸ ਨਹੀਂ ਹੁੰਦਾ, ਤੇ ਇਹਦੇ ਨਾਲ ਕੋਈ ਵੀ ਆਪਣਾ ਜਿਹੜਾ ਆ ਪੋਲਿਊਸ਼ਨ ਵੀ ਨਹੀਂ ਹੁੰਦਾ। ਬਟ ਇਹਦਾ ਡਿਸਐਡਵਾਂਟੇਜ ਵੀ ਆਪਣੇ ਕੋਲ ਇੱਕ ਹੈਗਾ ਆ। ਉਹ ਡਿਸਐਡਵਾਂਟੇਜ ਆਪਣੇ ਕੋਲ ਇਹ ਆ ਕਿ ਸੂਰਜ ਦੀ ਰੋਸ਼ਨੀ ਜਿਹੜੀ ਆ ਜਦੋਂ ਤੱਕ ਪੈਂਦੀ ਰਹੇ ਉਦੋਂ ਤੱਕ ਤਾਂ ਠੀਕ ਆ, ਬਟ ਜਦੋਂ ਸੂਰਜ ਦੀ ਰੋਸ਼ਨੀ ਜਿਹੜੀ ਆ ਚਲੀ ਗਈ ਕਿਸੇ ਕਾਰਨ ਦੇ ਕਰਕੇ, ਜਾਂ ਬੱਦਲ ਹੋ ਗਿਆ ਜਾਂ ਕੋਈ ਵੀ ਵਜ੍ਹਾ ਉਹਦੀ ਹੈਗੀ ਆ, ਤਾਂ ਆਪਾਂ ਜਿਹੜੀ એનર્ਜੀ ਆ ਉਹ ਪ੍ਰੋਡਿਊਸ ਤੋਂ ਨਹੀਂ, ਉਹ ਜਿਹੜੀ એનર્ਜੀ ਉਹ ਤੋਂ ਆਪਾਂ ਨਹੀਂ ਲੈ ਸਕਦੇ। ਸੋ ਆ ਇਮੇਜਸ ਤੁਸੀਂ ਦੇਖ ਰਹੇ ਹੋ, ਆਪਣੇ ਕੋਲ ਦੋ ਮੈਥਡਸ ਹੁੰਦੇ ਆ ਸੂਰਜ ਦੀ ਜਿਹੜੀ એનર્ਜੀ ਹੁੰਦੀ ਆ ਉਹਨੂੰ ਇਲੈਕਟ੍ਰੀਸਿਟੀ 'ਚ ਕਨਵਰਟ ਕਰਨ ਵਾਸਤੇ। ਸੋ ਫਸਟ ਮੈਥਡ ਮੇਰੇ ਕੋਲ ਹੈਗਾ ਆ ਸੋਲਰ ਥਰਮਲ ਟੈਕਨੋਲੋਜੀ। ਸੋਲਰ ਥਰਮਲ ਟੈਕਨੋਲੋਜੀ ਦੇ ਵਿੱਚ ਆਪਾਂ ਕੀ ਕਰਦੇ ਹਾਂ, ਤੁਸੀਂ ਆ ਦੇਖ ਰਹੇ ਹੋ ਮਿਰਰਸ ਆਪਣੇ ਕੋਲ ਹੈਗੇ ਆ, ਥੋੜ੍ਹੇ ਜਿਹੇ ਕਰਵਡ ਮਿਰਰ ਆ। ਕਰਵਡ ਇਸ ਕਰਕੇ ਆ ਤਾਂ ਕਿ ਜਿਹੜੀ ਮੇਰੀ ਸਨ ਦੀ ਲਾਈਟ ਆ ਰਹੀ ਆ ਉਹ ਇੱਕ ਪਰਟੀਕੂਲਰ ਪਲੇਸ ਦੇ ਉੱਪਰ, ਜਿੱਥੇ ਮੈਂ ਚਾਹ ਰਿਹਾ ਵੀ ਫੋਕਸ ਹੋਵੇ, ਉੱਥੇ ਹੀ ਫੋਕਸ ਹੋਵੇ। ਸੋ ਇੱਥੇ ਮੈਂ ਆਪਣੀ ਜਿਹੜੀ ਸਨ ਦੀ ਹੀਟ ਆ ਉਹਨੂੰ ਫੋਕਸ ਕਰਵਾ ਰਿਹਾ ਇਸ ਟਿਊਬ ਦੇ ਉੱਪਰ। ਇਸ ਟਿਊਬ ਨੂੰ ਗਰਮ ਕਰ ਰਿਹਾ ਮੈਂ। ਇਸ ਟਿਊਬ ਨੂੰ ਗਰਮ ਕਰਨ ਦਾ ਮਕਸਦ ਕੀ ਆ, ਇਸ ਟਿਊਬ ਦੇ ਵਿੱਚ ਜਿਹੜਾ ਫਲੂਇਡ ਆ ਉਹਨੂੰ ਗਰਮ ਕਰਨਾ। ਸੋ ਜਦੋਂ ਸਨ ਦੀ ਲਾਈਟ ਇਸ ਕਰਵਡ ਮਿਰਰ ਤੇ ਪਈ, ਇੱਥੋਂ ਫੋਕਸ ਹੋਊਗੀ ਟਿਊਬ ਦੇ ਉੱਪਰ, ਜਿਹਦੇ ਵਿੱਚ ਕਿ ਲਿਕੁਇਡ ਆ ਜਿਹੜਾ ਕਿ ਹੀਟ ਨੂੰ ਐਬਜ਼ੌਰਬ ਕਰ ਰਿਹਾ। ਉਹ ਜਿਹੜਾ ਲਿਕੁਇਡ ਆ ਉਹ ਅੱਗੇ ਹੀਟ ਐਕਸਚੇਂਜਰ ਦੇ ਵਿੱਚ ਜਾਂਦਾ। ਹੀਟ ਐਕਸਚੇਂਜਰ ਨਾਮ ਤੋਂ ਪਤਾ ਲੱਗਦਾ ਹੀਟ ਨੂੰ ਐਕਸਚੇਂਜ ਕਰਨਾ। ਇਹਦੇ ਵਿੱਚ ਕੀ ਹੋ ਰਿਹਾ, ਇੱਕ ਪਾਸਿਓਂ ਦੇਖੋ ਤੁਸੀਂ, ਆਹ ਦੇਖੋ ਇੱਕ ਪਾਸਿਓਂ ਜਿਹੜਾ ਆ ਵਾਟਰ ਦਾ ਪਾਈਪ ਆ ਰਿਹਾ, ਦੂਸਰੇ ਪਾਸਿਓਂ ਜਿਹੜਾ ਆ ਉਹ ਪਾਈਪ ਆ ਰਿਹਾ ਜਿਹਦੇ ਵਿੱਚ ਮੇਰਾ ਗਰਮ ਫਲੂਇਡ ਆ। ਕੀ ਹੋਊਗਾ, ਇਸ ਹੀਟ ਐਕਸਚੇਂਜਰ ਦੇ ਵਿੱਚ ਪਾਈਪ ਦੇ ਆਲੇ ਦੁਆਲੇ ਸਰਾਊਂਡਿੰਗ ਏਰੀਆ ਦੇ ਵਿੱਚ ਵਾਟਰ ਹੋਊਗਾ। ਸੋ ਜਿਹੜਾ ਫਲੂਇਡ ਆ ਉਹਦੀ ਜਿਹੜੀ ਹੀਟ ਆ ਉਹਦੇ ਕਰਕੇ ਕੀ ਹੋਊਗਾ, ਜਿਹੜਾ ਮੇਰਾ ਪਾਣੀ ਹੈ ਇਹਦੇ ਵਿੱਚ ਉਹ ਗਰਮ ਹੋ ਜਾਊਗਾ, ਬੋਇਲ ਹੋ ਜਾਊਗਾ, ਅਤੇ ਉਹ ਜਦੋਂ ਜਿਹੜਾ ਪਾਣੀ ਬੋਇਲ ਹੋਇਆ ਆ ਉਹਦੀ ਸਟੀਮ ਬਣੂਗੀ। ਠੀਕ ਆ, ਉਹ ਜਿਹੜੀ ਸਟੀਮ ਆ ਅੱਗੇ ਉਹਨੂੰ ਆਪਾਂ ਕੀ ਕਰਾਂਗੇ, ਯੂਜ਼ ਕਰਾਂਗੇ ਟਰਬਾਈਨ ਨੂੰ ਰੋਟੇਟ ਕਰਵਾਉਣ ਵਾਸਤੇ। ਟਰਬਾਈਨ ਰੋਟੇਟ ਹੋਊਗੀ ਮੇਰੀ, ਟਰਬਾਈਨ ਦੇ ਨਾਲ ਅੱਗੇ ਕੀ ਹੋਊਗਾ, ਮੇਰਾ ਜਨਰੇਟਰ ਜਿਹੜਾ ਹੈ ਉਹ ਕਪਲਡ ਹੋਊਗਾ। ਟਰਬਾਈਨ ਰੋਟੇਟ ਹੋਈ, ਨਾਲ ਮੇਰਾ ਜਨਰੇਟਰ ਰੋਟੇਟ ਹੋਇਆ। ਜਨਰੇਟਰ ਦੇ ਨਾਲ ਕੀ ਹੋਇਆ, ਮੇਰੀ ਇਲੈਕਟ੍ਰੀਸਿਟੀ ਪ੍ਰੋਡਿਊਸ ਹੋਈ, ਅਤੇ ਇਲੈਕਟ੍ਰੀਸਿਟੀ ਅੱਗੇ ਆਪਾਂ ਗ੍ਰਿਡ ਨੂੰ ਟਰਾਂਸਫਰ ਕਰ ਦਿੱਤੀ। ਠੀਕ ਹੈ, ਉਸ ਤੋਂ ਬਾਅਦ ਸੈਕਿੰਡ ਮੈਥਡ ਮੇਰੇ ਕੋਲ ਆਉਂਦਾ, ਬਹੁਤ ਪੋਪੂਲਰ ਮੈਥਡ ਅੱਜ ਕੱਲ੍ਹ ਆਪਾਂ ਯੂਜ਼ ਕਰਦੇ ਹਾਂ, ਉਹ ਹੈਗਾ ਸੋਲਰ ਸੈਲਸ ਦੇ ਥਰੂ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨਾ। ਜਿਹੜੇ ਸੋਲਰ ਸੈਲਸ ਹੁੰਦੇ ਆ ਆਪਣੇ ਇੱਕ ਛੱਤ ਦੇ ਉੱਪਰ ਆਪਾਂ ਲਗਾਉਂਦੇ ਹਾਂ, ਮੋਸਟਲੀ ਟੌਪ 'ਤੇ ਲਗਾਉਂਦੇ ਹਾਂ। ਇਹਦੇ ਵਿੱਚ ਕੀ ਹੁੰਦਾ, ਸੋਲਰ ਪੈਨਲ ਇਲੈਕਟ੍ਰੀਸਿਟੀ PV ਸੈਲਸ ਹੁੰਦੇ ਆ, ਫੋਟੋਵੋਲਟਿਕ ਸੈੱਲ ਕਹਿੰਦੇ ਆ, ਜਿਹਨਾਂ ਦੇ ਉੱਪਰ ਜਦੋਂ ਲਾਈਟ ਪੈਂਦੀ ਹੈ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਦੇ ਆ। ਇਹ ਤੋਂ ਜਿਹੜਾ ਇਲੈਕਟ੍ਰੀਕਲ ਕਰੰਟ ਪ੍ਰੋਡਿਊਸ ਹੁੰਦਾ ਉਹਨੂੰ ਆਪਾਂ ਚਾਰਜ ਕੰਟਰੋਲ ਦੇ ਵਿੱਚ ਭੇਜਦੇ ਹਾਂ, ਜਿਹੜਾ ਕਿ ਉਹ ਇੱਕ ਜਿਹੜਾ ਆ ਪਰਟੀਕੂਲਰ ਵੈਲਿਊ ਕਰੰਟ ਦੀ ਮੇਨਟੇਨ ਕਰਕੇ ਰੱਖਦਾ। ਉਹ ਜਿਹੜੀ ਚਾਰਜ ਕੰਟਰੋਲ 'ਚ ਕਰੰਟ ਹੁੰਦਾ ਉਹ ਜੇ ਕੀ ਜਾਂਦਾ ਅੱਗੇ ਬੈਟਰੀ ਸਿਸਟਮ ਨੂੰ ਜਾਂਦਾ। ਬੈਟਰੀਜ਼ ਹੁੰਦੀਆਂ, ਜੇ ਤਾਂ ਕੋਈ ਚੀਜ਼ ਆਪਣੀ DC 'ਤੇ ਚੱਲਣ ਵਾਲੀ ਹੈ, ਜਿੱਦਾਂ DC ਮੋਟਰ ਆ ਮੰਨ ਲਓ ਕੋਈ, ਜੇ ਉਹਨੂੰ ਆਪਾਂ ਚਲਾਉਣਾ ਤਾਂ ਆਪਾਂ ਬੈਟਰੀ ਤੋਂ ਡਾਇਰੈਕਟ ਉਹਨੂੰ ਆਪਾਂ ਸਪਲਾਈ ਦੇ ਦੇਵਾਂਗੇ। ਅਦਰਵਾਈਜ਼ ਜੇ ਮੰਨ ਲਓ ਆਪਣੇ ਘਰ ਦਾ ਆਪਾਂ ਕੋਈ ਇਕਵਿਪਮੈਂਟ ਚਲਾਉਣਾ, ਲਾਈਕ ਕੋਈ ਮੰਨ ਲਓ ਫੈਨ ਚਲਾਉਣਾ ਆ ਮੈਂ, ਜਾਂ ਮੈਂ ਆਪਣਾ AC ਚਲਾਉਣਾ ਚਾਹੁੰਦਾ ਹਾਂ, ਤਾਂ ਉਹ ਹੁਣ ਕੀ ਆ, ਮੋਟਰਸ ਜਿਹੜੀਆਂ AC ਮੋਟਰਸ ਨੇ, ਜਾਂ ਆਪਣੇ ਇਸ ਫੈਨ ਦੀ ਮੋਟਰ ਜਾਂ ਆਪਣਾ ਏਅਰ ਕੰਡੀਸ਼ਨਰ ਆ, ਤਾਂ ਉਹ ਕੀ ਆ, ਉਹ AC ਪਾਵਰ 'ਤੇ ਚੱਲਦੇ ਆ। ਸੋ ਉਹਦੇ ਵਾਸਤੇ ਮੈਂ ਕੀ ਕਰੂੰਗਾ, ਅੱਗੇ ਇਨਵਰਟਰ ਲਾਊਂਗਾ, ਅਤੇ ਜਿਹੜੀ DC ਪਾਵਰ ਬੈਟਰੀ ਤੋਂ ਆਈ ਆ ਉਹਨੂੰ ਇਨਵਰਟਰ ਤੋਂ AC ਦੇ ਵਿੱਚ ਕਨਵਰਟ ਕਰਕੇ ਅੱਗੇ ਆਪਣੇ ਘਰ ਦੇ ਇਕਵਿਪਮੈਂਟ ਚਲਾ ਲੂੰਗਾ। ਜਿਹੜੇ ਸੋਲਰ ਸੈੱਲ ਵੀ ਆ ਆਪਣੇ ਕੋਲ ਕਾਫੀ ਤਰ੍ਹਾਂ ਦੇ ਅੱਜ ਕੱਲ੍ਹ ਮਾਰਕੀਟ ਦੇ ਵਿੱਚ, ਲਾਈਕ ਆਪਣੇ ਕੋਲ ਔਨ ਗ੍ਰਿਡ ਸਿਸਟਮ ਵੀ ਆਉਂਦਾ, ਆਫ ਗ੍ਰਿਡ ਸਿਸਟਮ ਵੀ ਆਉਂਦਾ ਆ, ਹਾਈਬ੍ਰਿਡ ਆਪਣੇ ਕੋਲ ਸਿਸਟਮ ਵੀ ਆਉਂਦਾ। ਔਨ ਗ੍ਰਿਡ ਸਿਸਟਮ ਜਿਹੜਾ ਹੁੰਦਾ ਉਹਦੇ ਵਿੱਚ ਆਪਣੇ ਕੋਲ ਬੈਟਰੀ ਆਪਾਂ ਨਹੀਂ ਯੂਜ਼ ਕਰਦੇ, ਡਾਇਰੈਕਟ ਸਨਲਾਈਟ ਤੋਂ ਆਪਾਂ ਇਲੈਕਟ੍ਰੀਕਲ ਐਨਰਜੀ ਬਣਾ ਕੇ ਇਨਵਰਟਰ ਥਰੂ ਆਪਣੇ ਘਰ ਨੂੰ ਚਲਾਉਂਦੇ ਹਾਂ। ਇਹਦੀ ਡਿਸਐਡਵਾਂਟੇਜ ਇਹ ਹੋ ਜਾਂਦੀ ਵੀ ਜਦੋਂ ਤੱਕ ਸੂਰਜ ਦੀ ਲਾਈਟ ਪੈਨਲ 'ਤੇ ਪੈ ਰਹੀ ਉਦੋਂ ਤੱਕ ਲਾਈਟ ਆਊਗੀ, ਜਦੋਂ ਲਾਈਟ ਨਹੀਂ ਉਦੋਂ ਆਪਾਂ ਐਨਰਜੀ ਜਿਹੜੀ ਉਹਨੂੰ ਯੂਟੀਲਾਈਜ਼ ਨਹੀਂ ਕਰ ਸਕਦੇ, ਸਨ ਦੀ ਐਨਰਜੀ ਨੂੰ, ਸਿਸਟਮ ਬੰਦ ਹੋਊਗਾ। ਆਫ ਗ੍ਰਿਡ ਦੇ ਵਿੱਚ ਆਪਾਂ ਨੂੰ ਕੀ ਆ, ਬੈਟਰੀ ਸਿਸਟਮ ਲੱਗਾ ਹੋਊਗਾ। ਜੇ ਸੂਰਜ ਦੀ ਜਦੋਂ ਤੱਕ ਸੂਰਜ ਦੀ ਲਾਈਟ ਆ ਬੈਟਰੀ ਮੇਰੀ ਚਾਰਜ ਹੋਊਗੀ, ਜਦੋਂ ਸੂਰਜ ਦੀ ਲਾਈਟ ਚਲੀ ਗਈ ਆਪਾਂ ਜਿਹੜਾ ਆ ਸਿਸਟਮ ਬੰਦ ਨਹੀਂ ਹੋਊਗਾ, ਆਪਾਂ ਬੈਟਰੀ ਤੋਂ ਵੀ ਪਾਵਰ ਲਈ ਜਾਵਾਂਗੇ। ਥਰਡ ਜਿਹੜਾ ਸਿਸਟਮ ਉਹ ਹੈਗਾ ਹਾਈਬ੍ਰਿਡ ਸਿਸਟਮ ਦੇ ਵਿੱਚ ਆਪਾਂ ਕੀ ਕਰਦੇ ਹਾਂ, ਜਿਹੜੀਆਂ ਆਪਣੀਆਂ ਮੇਨ ਸਪਲਾਈ ਲਾਈਨਸ ਹੁੰਦੀਆਂ ਨਾ ਉਹਨਾਂ ਨੂੰ ਆਪਾਂ ਪਾਵਰ ਵਾਪਸ ਦਿੰਦੇ ਹਾਂ। ਯਾਨੀ ਕਿ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹਾਂ, ਤੁਸੀਂ ਆਪਣੇ ਘਰ ਇੱਕ ਛੋਟਾ ਜਨਰੇਟਿੰਗ ਸਟੇਸ਼ਨ ਹੀ ਲਗਾ ਰਹੇ ਆ, ਤੁਸੀਂ ਆਪਣੇ ਘਰ ਦੇ ਵਿੱਚ ਵੀ ਉਸ ਜਨਰੇਟਿੰਗ ਸਟੇਸ਼ਨ ਦੀ ਪਾਵਰ ਯੂਜ਼ ਕਰ ਰਹੇ ਆ, ਅਤੇ ਤੁਸੀਂ ਆਪਣੇ ਏਰੀਆ ਦੇ ਵਿੱਚ ਵੀ ਉਹ ਸਪਲਾਈ ਦੇ ਰਹੇ ਆ। ਉਹ ਹੁੰਦਾ ਆਪਣੇ ਕੋਲ ਹਾਈਬ੍ਰਿਡ ਸਿਸਟਮ।
ਸੋ ਕਾਫੀ ਤਰ੍ਹਾਂ ਦਾ ਕਾਫੀ ਐਡਵਾਂਸ ਟੈਕਨੋਲੋਜੀ ਹੋ ਚੁੱਕੀ ਆ ਸੋਲਰ ਸੈਲਸ ਦੇ ਮਾਮਲੇ ਦੇ ਵਿੱਚ। ਜੇ ਤੁਸੀਂ ਇੰਟਰਨੈਟ 'ਤੇ ਵੀ ਸਰਚ ਕਰੋਗੇ ਕਾਫੀ ਕੁਝ ਸਿੱਖਣ ਨੂੰ ਮਿਲ ਜਾਣਾ ਤੁਹਾਨੂੰ, ਬਟ ਬੇਸਿਕ ਵਰਕਿੰਗ ਪ੍ਰਿੰਸੀਪਲ ਜਿਹੜਾ ਹੁੰਦਾ ਉਹ ਇਹੀ ਹੁੰਦਾ ਜੋ ਮੈਂ ਤੁਹਾਨੂੰ ਇੱਥੇ ਸ਼ੋਅ ਕੀਤਾ। ਨੈਕਸਟ ਮੇਰੇ ਕੋਲ ਆ ਜਾਂਦਾ ਆ ਜਿਹੜਾ ਸੋਰਸ ਹੈਗਾ એનર્ਜੀ ਦਾ, ਉਹ ਹੈਗਾ ਆ ਵਿੰਡ ਜਾਂ ਹਵਾ। ਜਿਹੜਾ ਵਿੰਡ ਹੁੰਦਾ ਆ ਉਹਨੂੰ ਆਪਾਂ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕਰਨ ਵਾਸਤੇ ਵਿੰਡ ਮਿਲਸ ਯੂਜ਼ ਕਰਦੇ ਹਾਂ। ਤੁਸੀਂ ਦੇਖ ਰਹੇ ਹੋ ਆ ਇਹ ਵਿੰਡ ਮਿਲਸ ਆ ਮੇਰੇ ਕੋਲ। ਸੋ ਵਿੰਡ ਮਿਲਸ ਆਪਾਂ ਯੂਜ਼ ਕਰਦੇ ਹਾਂ ਵਿੰਡ ਦੀ એનર્ਜੀ ਨੂੰ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕਰਨ ਵਾਸਤੇ। ਕਿੱਦਾਂ ਕਰਦੇ ਹਾਂ? ਮੇਰੇ ਕੋਲ ਵਿੰਡ ਮਿਲ ਆ, ਵਿੰਡ ਮਿਲ ਦੇ ਅੰਦਰਲੀ ਸਾਈਡ 'ਤੇ ਕੀ ਹੁੰਦਾ, ਮੇਰੇ ਕੋਲ ਗੇਅਰ ਬਾਕਸ, ਸਪੀਡ ਅਪ ਗੇਅਰ ਬਾਕਸ ਲੱਗਾ ਹੁੰਦਾ। ਇਹਦੇ ਵਿੱਚ ਕੀ ਹੁੰਦਾ, ਇੱਕ ਮੋਰਲੀ ਸਾਈਡ 'ਤੇ ਵੱਡੀ ਗਰਾਰੀ ਹੁੰਦੀ ਹੈ, ਪਿਛਲੀ ਸਾਈਡ 'ਤੇ ਛੋਟੀ ਗਰਾਰੀ ਹੁੰਦੀ ਹੈ, ਜਿਹਦੇ ਕਰਕੇ ਕੀ ਹੁੰਦਾ ਮੇਰੀ ਸਪੀਡ ਜਿਹੜੀ ਆ ਅਪ ਹੋ ਜਾਂਦੀ। ਜੇ ਇੱਕ ਰੋਟੇਸ਼ਨ ਮੇਰੀ ਵਿੰਡ ਮਿਲ ਨੇ ਕੱਢੀ ਆ ਤਾਂ ਗੇਅਰ ਬਾਕਸ ਕੀ ਕਰੂਗਾ, ਉਹਨੂੰ 100 ਰੋਟੇਸ਼ਨਸ ਦੇ ਵਿੱਚ ਕਨਵਰਟ ਕਰਕੇ ਅੱਗੇ ਜਨਰੇਟਰ ਨੂੰ ਰੋਟੇਟ ਕਰਵਾਊਗਾ। ਬਾਕੀ ਅੱਗੇ ਮੈਥਡ ਸੇਮ ਆ, ਜਨਰੇਟਰ ਰੋਟੇਟ ਹੋਊਗਾ, ਇਲੈਕਟ੍ਰੀਸਿਟੀ ਪ੍ਰੋਡਿਊਸ ਹੋਊਗੀ। ਇਲੈਕਟ੍ਰੀਸਿਟੀ ਜਿਹੜੀ ਆ ਮੈਂ ਚਾਹਾਂ ਤਾਂ ਆਪਣੇ ਬੈਟਰੀ ਦੇ ਵਿੱਚ ਸਟੋਰ ਕਰ ਸਕਦਾ ਹਾਂ, ਜਾਂ ਫਿਰ ਮੈਂ ਉਹਨੂੰ ਕੀ ਕਰ ਸਕਦਾ ਟਰਾਂਸਫਾਰਮਰ ਨੂੰ ਵੀ ਦੇ ਸਕਦਾ। ਕੰਟਰੋਲਰ ਦਾ ਕੰਮ ਇਹੀ ਹੁੰਦਾ ਪਾਵਰ ਨੂੰ ਡਿਸਟਰੀਬਿਊਟ ਕਰਨਾ। ਸੋ ਕਿਸੇ ਵੀ ਚੀਜ਼ ਜਿਹੜੇ ਆ ਉਹਨੂੰ ਮੈਂ ਦੇ ਸਕਦਾ ਪਾਵਰ। ਰੇਂਜ ਜਿਹੜੀ ਹੁੰਦੀ ਹੈ ਇੱਕ ਵਿੰਡ ਮਿਲ ਦੀ 2 ਤੋਂ 10 ਕਿਲੋਵਾਟ ਦੀ ਹੁੰਦੀ ਹੈ, ਇੱਕ ਵਿੰਡ ਮਿਲ ਦੀ ਰੇਂਜ। ਬਾਕੀ ਆਪਣੇ ਇੰਡੀਆ ਦੇ ਵਿੱਚ ਕਾਫੀ ਸਿਸਟਮ ਇਹ ਯੂਜ਼ ਕਰਦੇ ਆ। ਅਪਰੋਕਸੀਮੇਟਲੀ 6000 ਵਿੰਡ ਟਰਬਾਈਨਸ ਜਿਹੜੀਆਂ ਆਪਣੇ ਇੰਸਟਾਲਡ ਨੇ, ਜਿਹੜੀਆਂ ਕਿ ਟੋਟਲ 37090 ਮੈਗਾਵਾਟ ਐਨਰਜੀ ਪ੍ਰੋਡਿਊਸ ਕਰਦੀਆਂ। ਠੀਕ ਹੈ, 37090 ਮੈਗਾਵਾਟ ਬਹੁਤ ਐਨਰਜੀ ਹੁੰਦੀ ਹੈ। ਮੈਕਸਿਮਮ ਜਨਰੇਟਡ ਜਿਹੜੀ ਹੈਗੀ ਆ ਵਿੰਡ ਮਿਲਸ ਦੇ ਨਾਲ ਜਿਹੜੀ ਆਪਾਂ ਪਾਵਰ ਜਨਰੇਟ ਕਰਦੇ ਉਹ ਕਰਦੇ ਹਾਂ ਤਾਮਿਲਨਾਡੂ ਦੇ ਵਿੱਚ, ਜਿਹੜੀ ਕਿ 9231 ਮੈਗਾਵਾਟ ਪਾਵਰ ਹੈ। ਨੈਕਸਟ ਆਪਣੇ ਕੋਲ ਐਨਰਜੀ ਦਾ ਸੋਰਸ ਜਿਹੜਾ ਆ ਉਹ ਆ ਜਾਂਦਾ ਆ ਟੈਰੈਸਟਰੀਅਲ ਹੀਟ ਔਰ ਜੀਓਥਰਮਲ ਹੀਟ। ਸੋ ਜੀਓਥਰਮਲ ਹੀਟ ਕੀ ਹੁੰਦੀ ਆ, ਆਪਾਂ ਨੂੰ ਪਤਾ ਕਿ ਜਿਹੜੀ ਆਪਣੀ ਅਰਥ ਦੀ ਕ੍ਰੈਸਟ ਹੁੰਦੀ ਆ ਜਾਂ ਅਰਥ ਦਾ ਸੈਂਟਰ ਦਾ ਪਾਰਟ ਆਪਾਂ ਕਹਿ ਸਕਦੇ ਹਾਂ, ਉਹ ਕੀ ਆ ਮੋਲਟਨ ਕੋਰ ਆ, ਉਹ ਜਿਹਨੂੰ ਆਪਾਂ ਲਾਵਾ ਵੀ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ। ਸੋ ਉਹਨੂੰ ਵੀ ਕੀ ਆਪਾਂ ਯੂਜ਼ ਕਰ ਸਕਦੇ ਹਾਂ ਆਪਣੀ ਇਲੈਕਟ੍ਰੀਸਿਟੀ ਜਨਰੇਟ ਕਰਨ ਦੇ ਵਾਸਤੇ। ਜਿੱਦਾਂ ਤੁਸੀਂ ਦੇਖਿਆ ਹੀ ਹੋਣਾ ਮਨੀਕਰਨ ਸਾਹਿਬ ਦੇ ਬਾਰੇ ਸਾਰਿਆਂ ਨੂੰ ਪਤਾ, ਮਨੀਕਰਨ ਸਾਹਿਬ ਦੇ ਵਿੱਚ ਵੀ ਗਰਮ ਪਾਣੀ ਦਾ ਇੱਕ ਚਸ਼ਮਾ ਹੈਗਾ। ਉਹ ਐਕਚੁਅਲ 'ਚ ਕੀ ਆ, ਉਹ ਜਿਹੜੀ ਜੀਓਥਰਮਲ ਹੀਟ ਆ ਉੱਥੋਂ ਕੀ ਆ, ਉਹਦੀ ਜਿਹੜੀ ਹੀਟ ਦੇ ਕਰਕੇ ਪਾਣੀ ਮੇਰਾ ਬੋਇਲ ਹੁੰਦਾ ਆ ਅਤੇ ਉਹਨੂੰ ਅੱਗੇ ਕੀ ਕਰਦੇ ਹਾਂ ਆਪਾਂ ਯੂਟੀਲਾਈਜ਼ ਕਰਦੇ ਹਾਂ। ਸਿਮਿਲਰਲੀ ਇਹਦੇ ਵਿੱਚ ਵੀ ਆਪਾਂ ਇਹ ਚੀਜ਼ ਕਰਦੇ ਹਾਂ। ਡਾਇਗਰਾਮ ਦੇਖੋ, ਡਾਇਗਰਾਮ ਤੋਂ ਤੁਹਾਨੂੰ ਕਲੀਅਰ ਹੋਊਗਾ। ਆਹ ਦੇਖੋ ਇਹ ਮੇਰੇ ਕੋਲ ਕੀ ਆ, ਅਰਥ ਦੀ ਕੋਰ ਜਿਹੜੀ ਆ ਨਾ ਉੱਥੋਂ ਆਪਾਂ ਹੀਟ ਲੈ ਕੇ ਜਿਹੜਾ ਪਾਣੀ ਆ ਉੱਪਰ, ਇਹ ਪਾਣੀ ਕੀ ਆ ਗਰਮ ਹੋ ਰਿਹਾ। ਇਹ ਗਰਮ ਪਾਣੀ ਜਿਹੜਾ ਆ ਇਹਨੂੰ, ਇਹਦੀ ਜਿਹੜੀ ਹੀਟ ਆ ਇੱਥੇ ਜਾ ਰਹੀ ਹੈ। ਇਹ ਵਾਲਵ ਆ ਆਪਣੇ ਕੋਲ। ਵਾਲਵ ਦਾ ਕੰਮ ਕੀ ਹੁੰਦਾ, ਬੇਸਿਕਲੀ ਵਾਲਵ ਨੇ ਜਿਹੜਾ ਸਟੀਮ ਦਾ ਪ੍ਰੈਸ਼ਰ ਹੁੰਦਾ ਉਹਨੂੰ ਕੰਟਰੋਲ ਕਰਨਾ ਹੁੰਦਾ, ਕਿਉਂਕਿ ਜਿਹੜੀ ਸਟੀਮ ਪਾਣੀ ਚੋਂ ਨਿਕਲਦੀ ਉਹਦਾ ਇੰਨਾ ਜ਼ਿਆਦਾ ਪ੍ਰੈਸ਼ਰ ਨਹੀਂ ਹੁੰਦਾ, ਉਹਦਾ ਪ੍ਰੈਸ਼ਰ ਆਪਾਂ ਨੂੰ ਖੁਦ ਬਣਾਉਣਾ ਪੈਂਦਾ। ਸੋ ਸਟੀਮ ਨੂੰ ਜਿਹੜਾ ਇੱਕ ਪਰਟੀਕੂਲਰ ਪ੍ਰੈਸ਼ਰ 'ਤੇ ਆਪਾਂ ਕੀ ਕਰਦੇ ਹਾਂ ਟਰਬਾਈਨ ਦੇ ਉੱਤੇ ਸਟਰਾਈਕ ਕਰਾਉਂਦੇ ਹਾਂ। ਟਰਬਾਈਨ ਅੱਗੇ ਜਨਰੇਟਰ ਨਾਲ ਕਪਲਡ ਹੁੰਦੀ ਆ, ਸੋ ਆਪਣੀ ਇਲੈਕਟ੍ਰੀਸਿਟੀ ਜਿਹੜੀ ਆ ਉਹ ਪ੍ਰੋਡਿਊਸ ਹੋ ਜਾਂਦੀ ਆ ਅਤੇ ਆਪਾਂ ਅੱਗੇ ਉਹਨੂੰ ਯੂਟੀਲਾਈਜ਼ ਕਰ ਲੈਂਦੇ ਹਾਂ। ਉਸ ਤੋਂ ਬਾਅਦ ਜਿਹੜਾ ਮੇਰੀ ਸਟੀਮ ਬਚ ਜਾਂਦੀ ਆ ਉਹਨੂੰ ਵੀ ਮੈਂ ਅੱਗੇ ਯੂਟੀਲਾਈਜ਼ ਕਰਦਾ। ਕਿੱਦਾਂ ਕਰਦਾ, ਜਿਹੜੀ ਸਟੀਮ ਬਚ ਗਈ ਉਹ ਅੱਗੇ ਮੈਂ ਕੀ ਕਰਦਾ ਕੂਲਿੰਗ ਟਾਵਰ ਦੇ ਵਿੱਚ ਭੇਜਦਾ। ਕੂਲਿੰਗ ਟਾਵਰ ਬਹੁਤ ਵੱਡੇ ਟਾਵਰ ਹੁੰਦੇ ਆ ਇਹ ਥਰਮਲ ਪਾਵਰ ਪਲਾਂਟ ਦੇ ਵਿੱਚ, ਜੇ ਤੁਸੀਂ ਦੇਖੇ ਹੋਣ ਕਦੀ ਤਾਂ ਉੱਥੇ ਵੀ ਲੱਗੇ ਹੁੰਦੇ ਆ ਇਹ। ਸੋ ਕੂਲਿੰਗ ਟਾਵਰ ਦੇ ਵਿੱਚ ਆਪਾਂ ਕੀ ਕਰਦੇ ਆ, ਜਿਹੜੇ ਮੇਰੇ ਕੋਲ ਸਟੀਮ ਹੁੰਦੀ ਆ ਉਹਨੂੰ ਆਪਾਂ ਦੁਬਾਰਾ ਠੰਡਾ ਕਰਕੇ ਉਹਨੂੰ ਵਾਟਰ ਦੇ ਵਿੱਚ ਕਨਵਰਟ ਕਰ ਲੈਂਦੇ ਆ। ਸੋ ਉਹਨੂੰ ਵਾਟਰ ਦੇ ਵਿੱਚ ਕਨਵਰਟ ਕਰਕੇ ਦੁਬਾਰਾ ਆਪਾਂ ਕੀ ਕਰਦੇ ਆ ਉਹਨੂੰ ਅਰਥ ਦੇ ਵਿੱਚ ਭੇਜ ਦਿੰਦੇ ਆ, ਅਤੇ ਜਾਂ ਫਿਰ ਮੈਂ ਚਾਹਾਂ ਤਾਂ ਉਹਨੂੰ ਜਿਹੜਾ ਆ ਦੁਬਾਰਾ ਯੂਜ਼ ਵੀ ਕਰ ਸਕਦਾ, ਜਾਂ ਉਹਨੂੰ ਮੈਂ ਰਿਵਰ ਦੇ ਵਿੱਚ ਵੀ ਭੇਜ ਸਕਦਾ। ਇਹ ਹੈਗਾ ਆਪਣੇ ਕੋਲ ਟੈਰੈਸਟਰੀਅਲ ਹੀਟ ਔਰ ਜੀਓਥਰਮਲ ਹੀਟ। ਆਪਣੇ ਇੰਡੀਆ ਦੇ ਵਿੱਚ ਕਾਫੀ ਜਗ੍ਹਾ 'ਤੇ ਲੱਗੇ ਹੋਏ ਆ, ਇਹ ਲਿਖਿਆ ਵੀ ਹੋਇਆ। ਪੁਗਾ ਵੈਲੀ ਹੋ ਗਿਆ, ਗੋਦਾਵਰੀ ਬੇਸਿਨ ਹੋ ਗਿਆ, ਮਨੀਕਰਨ ਸਾਹਿਬ ਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਆ, ਬਕਰੇਸ਼ਵਰ ਹੋ ਗਿਆ, ਟੂਆ ਗੁਜਰਾਤ, ਇੱਦਾਂ ਕਾਫੀ ਜਗ੍ਹਾ ਦੇ ਉੱਪਰ ਇੰਸਟਾਲ, ਮਤਲਬ ਟੋਟਲ ਇੰਸਟਾਲਡ ਕਪੈਸਿਟੀ ਜਿਹੜੀ ਇੱਦਾਂ ਦੇ ਪਲਾਂਟਸ ਦੀ ਆ 203 ਮੈਗਾਵਾਟ ਆ। 203 ਮੈਗਾਵਾਟ ਜਿਹੜੀ ਐਨਰਜੀ ਆਪਾਂ ਜੀਓਥਰਮਲ ਹੀਟ ਤਾਂ ਆਪਣੇ ਇੰਡੀਆ ਦੇ ਵਿੱਚ ਪ੍ਰੋਡਿਊਸ ਕਰਦੇ ਹਾਂ। ਨੈਕਸਟ ਆਪਣੇ ਕੋਲ ਆ ਜਾਂਦਾ ਓਸ਼ੀਅਨ ਟਾਈਡਸ ਐਂਡ ਵੇਵਸ। ਓਸ਼ੀਅਨ ਟਾਈਡਸ ਵੇਵਸ ਦਾ ਮਤਲਬ ਆ ਸਮੁੰਦਰੀ ਜਿਹੜੀਆਂ ਲਹਿਰਾਂ ਹੁੰਦੀਆਂ। ਜਿਹੜਾ ਇਹ ਮੈਥਡ ਹੁੰਦਾ ਨਾ, ਇਹ ਤੋਂ ਪਾਵਰ ਜਨਰੇਟ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਆ, ਬਿਕੋਜ਼ ਇਹਦਾ ਜਿਹੜਾ ਸੈਟਅਪ ਹੁੰਦਾ ਆ ਉਹ ਸੈਟਅਪ ਲਗਾਉਣਾ ਥੋੜ੍ਹਾ ਜਿਹਾ ਕੰਪਲੀਕੇਟਡ ਵੀ ਹੁੰਦਾ, ਮੁਸ਼ਕਿਲ ਵੀ ਹੁੰਦਾ, ਬਟ ਫਿਰ ਵੀ ਜਿਹੜਾ ਇਹ ਮੈਥਡ ਹੁੰਦਾ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਜਿਹੜੀ ਆਪਣੀ ਟਾਈਡਸ ਦੀ ਜਾਂ ਵੇਵਸ ਦੀ ਐਨਰਜੀ ਹੁੰਦੀ ਆ ਉਹਨੂੰ ਆਪਾਂ ਇਲੈਕਟ੍ਰੀਕਲ ਐਨਰਜੀ ਦੇ ਵਿੱਚ ਕਨਵਰਟ ਕਰਦੇ ਹਾਂ। ਕਿੱਦਾਂ ਕਰਦੇ ਹਾਂ, ਜਦੋਂ ਆਪਣੀ ਹਾਈ ਟਾਈਡ ਹੁੰਦੀ ਆ ਉਦੋਂ ਕੀ ਹੁੰਦਾ, ਜਿਹੜਾ ਗੇਟ ਹੁੰਦਾ ਨਾ, ਸਲੂਇਸ ਗੇਟ ਹੁੰਦਾ ਆ, ਉਹ ਓਪਨ ਹੋ ਜਾਂਦਾ। ਜਿਹੜਾ ਆਹ ਵਾਲਾ ਗੇਟ ਆ ਸਲੂਇਸ ਗੇਟ ਆ, ਇਹ ਹੁਣ ਇੱਧਰਲੀ ਸਾਈਡ 'ਤੇ ਦੇਖੋ ਤੁਸੀਂ ਟਾਈਡ ਜਿਹੜੀ ਆ ਉਹਦਾ ਲੈਵਲ ਕੀ ਆ, ਇੱਥੇ ਦੇਖੋ ਲੈਵਲ ਜ਼ਿਆਦਾ ਆ,
ਇੱਥੇ ਲੈਵਲ ਘੱਟ ਆ, ਠੀਕ ਆ। ਸੋ ਇਹ ਗੇਟ ਹੁਣ ਕੀ ਹੋਣਾ, ਇਹ ਗੇਟ ਓਪਨ ਹੋ ਜਾਣਾ ਅਤੇ ਲੈਫਟ ਹੈਂਡ ਸਾਈਡ ਤੋਂ ਪਾਣੀ ਜਿਹੜਾ ਆ ਉਹਨੇ ਕੀ ਜਾਣਾ ਆ, ਰਾਈਟ ਹੈਂਡ ਸਾਈਡ 'ਤੇ ਜਾਣਾ। ਸੋ ਜਦੋਂ ਇਹ ਵਾਟਰ ਦਾ ਫਲੋ ਹੋਇਆ, ਮੇਰੀ ਜਿਹੜੀ ਟਰਬਾਈਨ ਆ ਇਹਨੇ ਰੋਟੇਟ ਕਰਨਾ। ਹੁਣ ਪਾਣੀ ਮੇਰਾ ਉੱਧਰਲੀ ਸਾਈਡ 'ਤੇ ਚਲਾ ਗਿਆ, ਰਾਈਟ ਹੈਂਡ ਸਾਈਡ 'ਤੇ ਚਲਾ ਗਿਆ। ਜਦੋਂ ਰਾਈਟ ਹੈਂਡ ਸਾਈਡ 'ਤੇ ਲੈਵਲ ਵੱਧ ਗਿਆ ਪਾਣੀ ਦਾ, ਉਸ ਟਾਈਮ ਕੀ ਹੋਣਾ, ਪਾਣੀ ਨੇ ਵਾਪਸ ਰਾਈਟ ਤੋਂ ਲੈਫਟ ਸਾਈਡ 'ਤੇ ਆਉਣ ਦੀ ਕੋਸ਼ਿਸ਼ ਕਰਨੀ ਆ, ਅਤੇ ਉਦੋਂ ਫਿਰ ਮੇਰੀ ਟਰਬਾਈਨ ਜਿਹੜੀ ਆ ਰੋਟੇਟ ਕਰਨੀ ਆ। ਸੋ ਇਹ ਜਿਹੜੀ ਟਰਬਾਈਨ ਹੁੰਦੀ ਹੈ ਇਹਦੇ ਵਿੱਚ ਇਹ ਦੋਨਾਂ ਡਾਇਰੈਕਸ਼ਨਸ ਦੇ ਵਿੱਚ ਰੋਟੇਟ ਕਰਦੀ ਆ, ਕਲੌਕਵਾਈਜ਼ ਵੀ ਰੋਟੇਟ ਕਰਦੀ ਆ। ਜਦੋਂ ਮੇਰਾ ਵਾਟਰ ਜਿਹੜਾ ਆ ਉਹਨੇ ਲੈਫਟ ਸਾਈਡ ਤੋਂ ਰਾਈਟ ਸਾਈਡ 'ਤੇ ਜਾਣਾ ਆ, ਉਦੋਂ ਕਲੌਕਵਾਈਜ਼ ਆਪਰੇਟ ਕਰੂਗੀ। ਜਦੋਂ ਰਾਈਟ ਸਾਈਡ ਤੋਂ ਲੈਫਟ ਸਾਈਡ 'ਤੇ ਜਾਣਾ, ਉਦੋਂ ਇਹ ਐਂਟੀ ਕਲੌਕਵਾਈਜ਼ ਟਰਬਾਈਨ ਰੋਟੇਟ ਕਰੂਗੀ। ਟਰਬਾਈਨ ਦੇ ਨਾਲ ਅੱਗੇ ਮੈਥਡ ਸੇਮ ਆ, ਟਰਬਾਈਨ ਦੇ ਨਾਲ ਅੱਗੇ ਜਨਰੇਟਰ ਕਪਲ ਹੋਣਾ, ਜਿੱਥੋਂ ਆਪਾਂ ਇਲੈਕਟ੍ਰੀਸਿਟੀ ਪ੍ਰੋਡਿਊਸ ਕਰ ਸਕਦੇ ਹਾਂ। ਨੈਕਸਟ ਆਪਣੇ ਕੋਲ ਆ ਜਾਂਦਾ ਆ ਵਾਟਰ। ਬਹੁਤ ਹੀ ਪੋਪੂਲਰ ਮੈਥਡ ਆ ਇਹ, ਬਹੁਤ ਜ਼ਿਆਦਾ ਆਪਾਂ ਇਸ ਮੈਥਡ ਨੂੰ ਯੂਜ਼ ਵੀ ਕਰਦੇ ਹਾਂ। ਹਾਈਡਰੋ ਇਲੈਕਟ੍ਰਿਕ ਵਾਟਰ ਦੇ ਨਾਲ ਜਦੋਂ ਆਪਾਂ ਇਲੈਕਟ੍ਰੀਸਿਟੀ ਜਨਰੇਟ ਕਰਦੇ ਹਾਂ ਤਾਂ ਉਹਨੂੰ ਆਪਾਂ ਜਿਹੜਾ ਪਲਾਂਟ ਹੁੰਦਾ ਉਹਨੂੰ ਆਪਾਂ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਕਹਿ ਦਿੰਦੇ ਹਾਂ। ਸੋ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਦੇ ਵਿੱਚ ਆਪਾਂ ਕੀ ਕਰਦੇ ਹਾਂ, ਜਿਹੜੀ ਪੋਟੈਂਸ਼ੀਅਲ ਐਨਰਜੀ ਹੁੰਦੀ ਆ ਵਾਟਰ ਦੀ, ਪੋਟੈਂਸ਼ੀਅਲ ਐਨਰਜੀ ਜਾਂ ਫਿਰ ਕਾਈਨੈਟਿਕ ਐਨਰਜੀ ਜਿਹੜੀ ਹੁੰਦੀ ਆ, ਉਹਨੂੰ ਆਪਾਂ ਕੀ ਕਰਦੇ ਹਾਂ, ਮਕੈਨੀਕਲ ਐਨਰਜੀ ਦੇ ਵਿੱਚ ਕਨਵਰਟ ਕਰਦੇ ਹਾਂ। ਕਿੱਦਾਂ ਕਰਦੇ ਹਾਂ, ਜਿਹੜਾ ਡੈਮ ਆਪਾਂ ਬਣਾਉਂਦੇ ਹਾਂ, ਦੇਖੋ ਇੱਕ ਡੈਮ ਬਣਿਆ, ਆ ਵੀ ਡੈਮ ਆ, ਕਰਵਡ ਜਿਹੜਾ ਹੈ ਡੈਮ ਆ, ਇੱਧਰਲੀ ਸਾਈਡ 'ਤੇ ਆ ਵੀ ਤੁਸੀਂ ਦੇਖ ਸਕਦੇ ਹੋ, ਇਹ ਵੀ ਡੈਮ ਆ। ਆਪਾਂ ਕੀ ਕਰਦੇ ਹਾਂ, ਪਿੱਛੇ ਪਾਣੀ ਬਹੁਤ ਸਾਰਾ ਸਟੋਰ ਕਰਕੇ ਰੱਖਿਆ, ਠੀਕ ਆ, ਯਾਨੀ ਕਿ ਇੱਕ ਹੈੱਡ ਬਣਾਇਆ ਆ ਤਾਂ ਕਿ ਪੋਟੈਂਸ਼ੀਅਲ ਐਨਰਜੀ ਵਧੇ, ਠੀਕ ਆ। ਸੋ ਉਹਦੀ ਜਦੋਂ ਪੋਟੈਂਸ਼ੀਅਲ ਐਨਰਜੀ ਵੱਧ ਜਾਂਦੀ ਆ, ਇੱਕ ਪਰਟੀਕੂਲਰ ਹੈੱਡ ਬਣ ਜਾਂਦਾ, ਉਦੋਂ ਕੀ ਕਰਦੇ ਹਾਂ, ਹਾਈ ਪ੍ਰੈਸ਼ਰ ਦੇ ਨਾਲ ਆਪਾਂ ਟਰਬਾਈਨ ਦੇ ਉੱਪਰ ਪਾਣੀ ਨੂੰ ਸਟਰਾਈਕ ਕਰਵਾਉਂਦੇ, ਜਿਹਦੇ ਨਾਲ ਟਰਬਾਈਨ ਰੋਟੇਟ ਕਰਦੀ ਹੈ ਅਤੇ ਅੱਗੇ ਜਨਰੇਟਰ ਲੱਗਾ ਹੁੰਦਾ। ਇਹਦੇ ਜਿਹੜੇ ਆ ਐਡਵਾਂਟੇਜਸ ਆਪਾਂ ਨੂੰ ਕਾਫੀ ਨੇ। ਜਿਵੇਂ ਕਿ ਸਭ ਤੋਂ ਵੱਡਾ ਐਡਵਾਂਟੇਜ ਤਾਂ ਇਹਦਾ ਇਹ ਆ ਵੀ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਫਿਊਲ ਨਹੀਂ ਯੂਜ਼ ਕਰਨਾ ਪੈਂਦਾ। ਜਿੱਦਾਂ ਆਪਾਂ ਥਰਮਲ ਪਾਵਰ ਪਲਾਂਟ ਦੇ ਵਿੱਚ ਦੇਖਦੇ ਹਾਂ, ਉੱਥੇ ਕੀ ਆ, ਆਪਾਂ ਨੂੰ ਫਿਊਲ ਯੂਜ਼ ਕਰਨਾ ਪੈਂਦਾ, ਕੋਲ ਯੂਜ਼ ਕਰਨਾ ਪੈਂਦਾ, ਜਿਹੜਾ ਕਿ ਐਕਚੁਅਲ ਦੇ ਵਿੱਚ ਕਨਵੈਨਸ਼ਨਲ ਸੋਰਸ ਆ, ਜਾਂ ਕਿ ਆਪਾਂ ਕਹਿ ਲਓ ਨੋਨ ਰੀਨਿਊਏਬਲ ਸੋਰਸ ਆ। ਇਹਦੇ ਵਿੱਚ ਕੁਛ ਵੀ ਇੱਦਾਂ ਦਾ ਨਹੀਂ ਹੈ, ਇਹਦੇ ਵਿੱਚ ਕੋਈ ਫਿਊਲ ਨਹੀਂ ਯੂਜ਼ ਕਰਨਾ, ਆਪਾਂ ਵਾਟਰ ਨੂੰ ਹੀ ਯੂਜ਼ ਕਰਦੇ ਹਾਂ। ਸੋ ਇਹ ਇਹਦੀ ਸਭ ਤੋਂ ਜਿਹੜੀ ਆ ਮੇਨ ਐਡਵਾਂਟੇਜ ਆ, ਸਭ ਤੋਂ ਮੇਨ ਐਡਵਾਂਟੇਜ ਆ ਕਿ ਇਹਦੇ ਵਿੱਚ ਕੋਈ ਫਿਊਲ ਨਹੀਂ ਯੂਜ਼ ਕਰਦੇ, ਜਿਹਦੇ ਕਰਕੇ ਇਹਦੀ ਰਨਿੰਗ ਕੋਸਟ ਜਿਹੜੀ ਹੁੰਦੀ ਆ ਬਹੁਤ ਘੱਟ ਹੁੰਦੀ ਆ। ਰਨਿੰਗ ਕੋਸਟ ਜਿਹੜੀ ਹੁੰਦੀ ਹੈ ਇਹਦੀ ਬਹੁਤ ਘੱਟ ਹੁੰਦੀ ਹੈ। ਬਾਕੀ ਨੂੰ ਆਪਰੇਟ ਕਰਨਾ ਵੀ ਬਹੁਤ ਈਜ਼ੀ ਆ। ਬਟ ਮੇਨ ਜਿਹੜੀ ਇਹਦੀ ਡਿਸਐਡਵਾਂਟੇਜ ਆ ਉਹ ਇਹ ਆ ਕਿ ਇਹਨੂੰ ਲਗਾਉਣ ਦੇ ਉੱਪਰ ਖਰਚਾ ਬਹੁਤ ਜ਼ਿਆਦਾ ਆ ਜਾਂਦਾ, ਬਿਕੋਜ਼ ਇੱਕ ਤਾਂ ਤੁਹਾਨੂੰ ਪਰਟੀਕੂਲਰ ਜਿਹੜੀ ਆ ਜਗ੍ਹਾ ਲੱਭਣੀ ਪੈਣੀ ਹੈ, ਉਸ ਜਗ੍ਹਾ ਦੇ ਉੱਪਰ ਜਿਹੜਾ ਆ ਤੁਹਾਨੂੰ ਡੈਮ ਬਣਾਉਣਾ ਪੈਣਾ, ਬਹੁਤ ਵੱਡਾ ਡੈਮ ਬਣਾਉਣਾ ਪੈਣਾ, ਠੀਕ ਆ। ਅਤੇ ਡੈਮ ਦੇ ਪਿੱਛੇ ਜਿਹੜਾ ਪਾਣੀ ਆ ਉਹਨੂੰ ਪਹਿਲਾਂ ਡਾਇਵਰਟ ਵੀ ਕਰਨਾ ਪੈਣਾ। ਸੋ ਓਵਰਆਲ ਜੇ ਆਪਾਂ ਗੱਲ ਕਹੀਏ ਤਾਂ ਜਿਹੜੀ ਇਹਦੀ ਇਨੀਸ਼ੀਅਲ ਕੋਸਟ ਆ ਜਾਂ ਇਹਨੂੰ ਜਿਹੜਾ ਲਗਾਉਣ ਦਾ ਖਰਚਾ ਆ ਉਹ ਖਰਚਾ ਬਹੁਤ ਜ਼ਿਆਦਾ ਹੁੰਦਾ। ਨੈਕਸਟ ਹੁਣ ਆਪਾਂ ਇਹਦੀ ਵਰਕਿੰਗ ਤੁਹਾਨੂੰ ਦੱਸਦੇ ਹਾਂ, ਵਰਕਿੰਗ ਇਹਦੀ ਕਿੱਦਾਂ ਹੁੰਦੀ। ਵੈਸੇ ਤਾਂ ਆਪਾਂ ਇਹਨੂੰ ਨੈਕਸਟ ਜਿਹੜਾ ਟੌਪਿਕ ਹੋਣਾ ਉਹਦੇ ਵਿੱਚ ਆਪਾਂ ਇਹਨੂੰ ਕਵਰ ਕਰਨਾ ਵੀ ਆ ਪੂਰੇ ਡੈਮ ਨੂੰ, ਬਟ ਫਿਰ ਵੀ ਇੱਕ ਤੁਹਾਨੂੰ ਨੌਲੇਜ ਵਾਸਤੇ ਜਿਹੜਾ ਇੱਕ ਤੁਹਾਨੂੰ ਮੈਂ ਦੁਬਾਰਾ ਇਹਦਾ ਓਵਰਵਿਊ ਦੇ ਦਿੰਦਾ ਕਿ ਮੇਰਾ ਜਿਹੜਾ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਹੁੰਦਾ ਉਹ ਕਿੱਦਾਂ ਕੰਮ ਕਰਦਾ। ਤੁਹਾਨੂੰ ਦੱਸਿਆ ਸੀ ਕਿ ਆਪਣਾ ਨੂੰ ਕੀ ਆ, ਵਾਟਰ ਦਾ ਇੱਕ ਹੈੱਡ ਬਣਾ ਕੇ ਰੱਖਣਾ ਪੈਂਦਾ ਤਾਂ ਕਿ ਵਾਟਰ ਦਾ ਪ੍ਰੈਸ਼ਰ ਵਧੇ, ਜ਼ਿਆਦਾ ਵੈਲੋਸਿਟੀ ਦੇ ਨਾਲ ਸਟਰਾਈਕ ਕਰੇ ਟਰਬਾਈਨ 'ਤੇ। ਸੋ ਇਸ ਕਰਕੇ ਆਪਾਂ ਕੀ ਕੀਤਾ, ਆ ਦੇਖੋ ਇਹ ਡੈਮ ਕੰਸਟਰਕਟ ਕੀਤਾ ਹੋਇਆ ਆਪਾਂ, ਠੀਕ ਆ। ਡੈਮ ਕੰਸਟਰਕਟ ਕਰਨ ਨਾਲ ਕੀ ਹੋਇਆ, ਇੱਕ ਪਰਟੀਕੂਲਰ ਹੈੱਡ ਬਣ ਗਿਆ ਜਿੱਥੇ ਆਪਣਾ ਪਾਣੀ ਸਟੋਰ ਹੁੰਦਾ ਆ। ਡੈਮ ਦਾ ਬੈਕ ਸਾਈਡ ਜਿਹੜੀ ਆ ਬੈਕ ਸਾਈਡ ਆ ਜਿਹੜੀ ਡੈਮ ਦੀ ਇੱਧਰਲੀ ਸਾਈਡ 'ਤੇ ਜਿਹੜੀ ਹੈ, ਇਹਨੂੰ ਆਪਾਂ ਕਹਿੰਦੇ ਹਾਂ ਰੈਜ਼ਰਵਾਇਰ। ਇੱਥੇ ਆਪਾਂ ਪਾਣੀ ਨੂੰ ਸਟੋਰ ਕਰਕੇ ਰੱਖਦੇ ਹਾਂ। ਡੈਮ ਦੇ ਵਿੱਚ ਪਾਣੀ ਸਟੋਰ ਹੋ ਗਿਆ, ਉਹਦਾ ਹੈੱਡ ਬਣ ਗਿਆ। ਹੁਣ ਆਪਾਂ ਆਪਣੇ ਜਨਰੇਟਿੰਗ ਸਟੇਸ਼ਨ ਨੂੰ ਚਲਾਉਣਾ ਆ ਤਾਂ ਕੀ ਕਰਾਂਗੇ, ਜਿਹੜਾ ਵੀ ਆਪਣਾ ਰੈਜ਼ਰਵਾਇਰ ਦੇ ਵਿੱਚੋਂ ਪਾਣੀ ਆਪਾਂ ਲਵਾਂਗੇ, ਗੇਟ ਜਿਹੜੇ ਆ ਉਹਨਾਂ ਨੂੰ ਓਪਨ ਕਰਾਂਗੇ। ਗੇਟ ਓਪਨ ਕਰਨ ਤੋਂ ਬਾਅਦ ਜਿਹੜਾ ਪਾਣੀ ਆ ਉਹ ਪੈਨ ਸਟੋਕ ਦੇ ਥਰੂ ਕੀ ਹੋਊਗਾ, ਟਰਬਾਈਨ 'ਤੇ ਜਾਊਗਾ। ਇਨਲੈਟ ਵਾਲਵ ਲੱਗਾ ਹੋਇਆ ਜਿਹੜਾ ਪਾਣੀ ਦੇ ਪ੍ਰੈਸ਼ਰ ਨੂੰ ਜਿਹੜਾ ਆ ਕੰਟਰੋਲ ਕਰਦਾ। ਜੇ ਪਾਣੀ ਦਾ ਪ੍ਰੈਸ਼ਰ ਘੱਟ ਹੋਊਗਾ ਟਰਬਾਈਨ ਦੀ ਸਪੀਡ ਘੱਟ ਹੋਊਗੀ, ਜੇ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਤਾਂ ਟਰਬਾਈਨ ਦੀ ਸਪੀਡ ਜ਼ਿਆਦਾ ਹੋਊਗੀ। ਸੋ ਜਿਹੜਾ ਪ੍ਰੈਸ਼ਰ ਹੁੰਦਾ ਨਾ ਇਹਨੂੰ ਇਹ ਕੰਟਰੋਲ ਕਰਦਾ ਇਨਲੈਟ ਵਾਲਵ। ਪੈਨ ਸਟੋਕ ਥਰੂ ਪਾਣੀ ਜਿਹੜਾ ਇਨਲੈਟ ਵਾਲਵ ਤੋਂ ਹੋ ਕੇ ਟਰਬਾਈਨ 'ਤੇ ਟਿਕਦਾ, ਟਰਬਾਈਨ ਰੋਟੇਟ ਕਰਦੀ ਆ, ਜਿਹਦੇ ਨਾਲ ਅੱਗੇ ਜਨਰੇਟਰ ਕਪਲ ਹੁੰਦਾ ਅਤੇ ਆਪਣਾ ਜਨਰੇਟਰ ਵੀ ਚੱਲਦਾ। ਜਨਰੇਟਰ ਚੱਲ ਪਿਆ ਅਤੇ ਇਹਨੇ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨੀ ਹੈ, ਜਿਹੜੀ ਅੱਗੇ ਇਲੈਕਟ੍ਰੀਕਲ ਕੇਬਲ ਨੂੰ ਦੇ ਕੇ ਆਪਾਂ ਅੱਗੇ ਸਬ ਸਟੇਸ਼ਨਸ ਨੂੰ ਭੇਜ ਦੇਣੀ ਹੈ। ਉਸ ਤੋਂ ਬਾਅਦ ਟਰਬਾਈਨ 'ਤੇ ਜਿਹੜਾ ਪਾਣੀ ਸਟਰਾਈਕ ਹੁੰਦਾ ਉਹ ਪਾਣੀ ਜਿਹੜਾ ਬਚ ਜਾਂਦਾ ਆ। ਟਰਬਾਈਨ 'ਤੇ ਸਟਰਾਈਕ ਹੋਣ ਤੋਂ ਬਾਅਦ ਪਾਣੀ ਜਿਹੜਾ ਆ ਬਚ ਗਿਆ, ਆਪਾਂ ਜਿੰਨਾ ਕੰਮ ਲੈਣਾ ਸੀ ਪਾਣੀ ਤੋਂ ਲੈ ਲਿਆ। ਉਸ ਤੋਂ ਬਾਅਦ ਕੀ ਆ, ਡਰਾਫਟ ਟਿਊਬ ਦੇ ਥਰੂ ਉਹ ਪਾਣੀ ਸਪਿਲ ਵੇਸ 'ਚ ਜਾਂਦਾ ਅਤੇ ਸਪਿਲ ਵੇਸ ਤੋਂ ਅੱਗੇ ਰਿਵਰ ਦੇ ਵਿੱਚ ਚਲੇ ਜਾਂਦਾ।
ਆ ਜਿਹੜੀਆਂ ਇੱਥੇ ਜਿੱਥੋਂ ਪਾਣੀ ਆ ਬਾਹਰ ਆ ਰਿਹਾ ਡੈਮ ਤੋਂ, ਇਹਨਾਂ ਨੂੰ ਸਪਿਲਵੇਜ਼ ਕਹਿੰਦੇ ਆ ਆਪਾਂ, ਇਹਨਾਂ ਨੂੰ ਆਪਾਂ ਕਹਿੰਦੇ ਆ ਸਪਿਲਵੇਜ਼। ਇਹ ਸੀਗੀ ਆਪਣੀ ਵਰਕਿੰਗ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਦੀ। ਨੈਕਸਟ ਹੁਣ ਆਪਾਂ ਚੱਲਦੇ ਹਾਂ ਫਿਊਲਸ ਦੇ ਉੱਪਰ। ਫਿਊਲਸ ਵੀ ਜਿਹੜਾ ਆਪਣਾ ਇੱਕ એનર્ਜੀ ਦਾ ਬਹੁਤ ਵਧੀਆ ਸੋਰਸ ਆ, ਇਹ ਤੋਂ ਵੀ ਆਪਾਂ ਕਾਫੀ ਜਿਹੜੀ એનર્ਜੀ ਆ ਪ੍ਰੋਡਿਊਸ ਕਰ ਸਕਦੇ ਹਾਂ। ਫਿਊਲ ਜਿਹੜਾ ਹੁੰਦਾ, ਬਾਕੀ ਇਹਨੂੰ ਆਪਾਂ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਹੁੰਦਾ। ਇੱਕ ਤਾਂ ਆਪਣੇ ਕੋਲ ਆ ਜਾਂਦੀ ਆ ਫਿਊਲ ਦੀ ਸੋਲਿਡ ਫਾਰਮ, ਇੱਕ ਆ ਜਾਂਦੀ ਆ ਲਿਕੁਇਡ ਫਾਰਮ। ਸੋ ਜਿਹੜੀ ਸੋਲਿਡ ਫਾਰਮ ਹੁੰਦੀ ਆ ਉਹ ਹੁੰਦੀ ਆ ਆਪਣੇ ਕੋਲ ਕੋਲ, ਸਖਤ ਆਪਾਂ ਕਹਿ ਸਕਦੇ ਹਾਂ। ਕੋਲ ਜਿਹੜਾ ਹੁੰਦਾ ਆ ਆਪਾਂ ਨੂੰ ਬਹੁਤ ਭਾਰੀ ਮਾਤਰਾ ਦੇ ਵਿੱਚ ਆਪਾਂ ਨੂੰ ਕੋਲ ਮਿਲਦਾ ਹੈ। ਵੈਸੇ ਤਾਂ ਇਹ ਜਿਹੜਾ ਕਨਵੈਨਸ਼ਨਲ ਸੋਰਸ ਆ, ਯਾਨੀ ਕਿ ਨਾਨ ਰੀਨਿਊਏਬਲ ਸੋਰਸ ਆ, ਬਟ ਕੁਆਂਟਿਟੀ ਇਹਦੀ ਆਪਾਂ ਨੂੰ ਬਹੁਤ ਜ਼ਿਆਦਾ ਮਿਲ ਜਾਂਦੀ ਆ। ਕੋਲ ਤੋਂ ਆਪਾਂ ਇਲੈਕਟ੍ਰਿਸਿਟੀ ਕਿੱਦਾਂ ਪ੍ਰੋਡਿਊਸ ਕਰਦੇ ਹਾਂ? ਥਰਮਲ ਪਾਵਰ ਪਲਾਂਟ ਜਾਂ ਸਟੀਮ ਪਾਵਰ ਪਲਾਂਟ ਦੇ ਵਿੱਚ ਆਪਾਂ ਕੋਲ ਨੂੰ ਬਰਨ ਕਰਦੇ ਹਾਂ ਕੰਬਸਸ਼ਨ ਚੈਂਬਰ ਦੇ ਵਿੱਚ। ਬਰਨ ਕਰਕੇ ਉਹਦੀ ਜਿਹੜੀ ਹੀਟ ਹੁੰਦੀ ਆ ਉਹਦੇ ਨਾਲ ਆਪਾਂ ਪਾਣੀ ਨੂੰ ਬੋਇਲ ਕਰਦੇ ਹਾਂ। ਪਾਣੀ ਨੂੰ ਬੋਇਲ ਕੀਤਾ, ਸਟੀਮ ਬਣੀ, ਸਟੀਮ ਅੱਗੇ ਟਰਬਾਈਨ ਨੂੰ ਰੋਟੇਟ ਕਰਦੀ ਆ, ਟਰਬਾਈਨ ਅੱਗੇ ਜਨਰੇਟਰ ਦੇ ਨਾਲ ਕਪਲ ਹੁੰਦਾ ਅਤੇ ਆਪਣੀ ਇਲੈਕਟ੍ਰਿਸਿਟੀ ਪ੍ਰੋਡਿਊਸ ਹੋ ਜਾਂਦੀ ਆ। ਲਿਕੁਇਡ ਫਿਊਲ ਜਿਹੜਾ ਆ, ਲਿਕੁਇਡ ਫਿਊਲ ਵੀ ਆਪਣਾ ਨਾਨ ਰੀਨਿਊਏਬਲ ਹੀ ਅੱਗੇ ਆ ਗਿਆ ਪੁਆਇੰਟ, ਨਾਨ ਰੀਨਿਊਏਬਲ ਸੋਰਸ ਹੁੰਦਾ ਆ। ਲਿਕੁਇਡ ਫਿਊਲ ਦਾ ਜਿਹੜਾ ਮੇਨ ਸੋਰਸ ਹੈਗਾ ਉਹ ਆਪਣੇ ਕੋਲ ਹੈਗਾ ਆ ਪੈਟਰੋਲੀਅਮ। ਜਿਹੜਾ ਪੈਟਰੋਲੀਅਮ ਹੁੰਦਾ ਆ ਇਹਦੇ ਵਿੱਚ ਵੀ ਦੋ ਪਾਰਟ ਹੁੰਦੇ, ਇੱਕ ਪੈਟਰੋਲ ਅਲੱਗ ਹੁੰਦਾ ਅਤੇ ਡੀਜ਼ਲ ਜਿਹੜਾ ਅਲੱਗ ਹੋ ਜਾਂਦਾ। ਮੋਸਟਲੀ ਆਪਾਂ ਜਿਹੜਾ ਹੈ ਨਾ ਡੀਜ਼ਲ ਹੀ ਜ਼ਿਆਦਾ ਯੂਜ਼ ਕਰਦੇ ਹਾਂ। ਤੁਸੀਂ ਦੇਖਿਆ ਵੀ ਹੋਣਾ ਘਰਾਂ ਦੇ ਵਿੱਚ ਜਾਂ ਤੁਹਾਡੇ ਕਾਲਜ ਦੇ ਵਿੱਚ ਜਿਹੜੇ ਜਨਰੇਟਰ ਲੱਗੇ ਹੁੰਦੇ ਨਾ ਵੱਡੇ, ਉਹ ਡੀਜ਼ਲ ਜਨਰੇਟਰ ਹੀ ਹੁੰਦੇ ਆ। ਸਾਇਲੈਂਟ ਵੀ ਹੁੰਦੇ ਆ, ਕਈ ਦੂਸਰੇ ਵੀ ਹੁੰਦੇ ਆ, ਬਟ ਹੁੰਦੇ ਡੀਜ਼ਲ ਜਨਰੇਟਰ ਹੀ ਆ। ਸੋ ਡੀਜ਼ਲ ਜਨਰੇਟਰ ਦੇ ਵਿੱਚ ਕੀ ਹੁੰਦਾ, ਆਪਾਂ ਡੀਜ਼ਲ ਇੱਕ ਟੈਂਕ ਦੇ ਵਿੱਚ ਸਟੋਰ ਕਰਦੇ ਹਾਂ, ਉਹ ਉੱਥੋਂ ਅੱਗੇ ਆਪਾਂ ਕੀ ਕਰਦੇ ਹਾਂ, ਇੰਜਨ ਨੂੰ ਡਰਾਈਵ ਕਰਦੇ ਹਾਂ ਡੀਜ਼ਲ ਦੇ ਨਾਲ ਹੀ। ਜਿਹੜਾ ਹੁੰਦਾ ਆਪਣਾ ਇੰਜਨ ਡਰਾਈਵ ਹੁੰਦਾ ਅਤੇ ਇੰਜਨ ਦੇ ਨਾਲ ਅੱਗੇ ਆਪਾਂ ਕਪਲ ਕੀਤਾ ਹੁੰਦਾ ਆ ਜਨਰੇਟਰ, ਜਿੱਥੋਂ ਆਪਾਂ ਨੂੰ ਇਲੈਕਟ੍ਰਿਸਿਟੀ ਮਿਲਦੀ ਆ। ਸੈਕਿੰਡ ਮੈਥਡ ਜਿਹੜਾ ਹੈਗਾ ਇਲੈਕਟ੍ਰਿਸਿਟੀ ਜਨਰੇਟ ਕਰਨ ਦਾ ਲਿਕੁਇਡ ਫਿਊਲ ਤੋਂ, ਇਹ ਆ ਵੀ ਜਿੱਦਾਂ ਆਪਾਂ ਕੋਲ ਨੂੰ ਬਰਨ ਕਰਦੇ ਹਾਂ ਨਾ, ਇੱਦਾਂ ਹੀ ਆਪਾਂ ਆਪਣੇ ਫਿਊਲ ਨੂੰ ਵੀ, ਲਿਕੁਇਡ ਫਿਊਲ ਜਿਹੜਾ ਹੈ ਪੈਟਰੋਲੀਅਮ ਆ, ਇਹਨੂੰ ਵੀ ਬਰਨ ਕਰ ਸਕਦੇ ਹਾਂ ਪਾਣੀ ਨੂੰ ਬੋਇਲ ਕਰਨ ਵਾਸਤੇ। ਸੋ ਫਿਊਲ ਬਰਨ ਕਰਾਂਗੇ, ਪਾਣੀ ਬੋਇਲ ਹੋਊਗਾ, ਸਟੀਮ ਬਣੂਗੀ, ਅੱਗੇ ਜਿਹੜਾ ਮੈਥਡ ਸਾਰਾ ਉਹੀ ਹੈ। ਸੋ ਨੈਕਸਟ ਆਪਾਂ ਦੇਖਦੇ ਹਾਂ ਵੀ ਕਿੱਦਾਂ ਇਹ ਚੀਜ਼ਾਂ ਕੰਮ ਹੁੰਦੀਆਂ। ਇੱਕ ਨਾ ਸਕੀਮੈਟਿਕ ਡਾਇਗਰਾਮ ਆ, ਇਹ ਦੇਖ ਕੇ ਘਬਰਾਉਣਾ ਨਹੀਂ ਆ, ਹੈ ਬਹੁਤ ਵੱਡਾ, ਬਟ ਨੈਕਸਟ ਟੌਪਿਕ ਦੇ ਵਿੱਚ ਜਦੋਂ ਤੁਹਾਨੂੰ ਥਰਮਲ ਪਾਵਰ ਪਲਾਂਟ ਕਰਾਵਾਂਗੇ ਚੰਗੀ ਤਰ੍ਹਾਂ ਸਮਝਾਵਾਂਗੇ ਵੀ ਇਹ ਕਿੱਦਾਂ ਕੰਮ ਕਰਦਾ, ਇਹਦਾ ਹਰ ਪਾਰਟ ਕਿੱਦਾਂ ਕੰਮ ਕਰਦਾ, ਅਤੇ ਡਾਇਗਰਾਮ ਨੂੰ ਕਿੱਦਾਂ ਈਜ਼ੀਲੀ ਡਰਾਅ ਕਰਨਾ। ਇਹ ਥਰਮਲ ਪਾਵਰ ਪਲਾਂਟ ਦਾ ਸਕੀਮੈਟਿਕ ਵਿਊ ਆ ਵੀ ਥਰਮਲ ਪਾਵਰ ਪਲਾਂਟ ਜਿਹੜਾ ਹੁੰਦਾ ਉਹ ਕਿੱਦਾਂ ਕੰਮ ਕਰਦਾ, ਕਿਹੜੇ ਕਿਹੜੇ ਉਹ 'ਚ ਪਾਰਟਸ ਹੁੰਦੇ ਆ। ਬਟ ਤੁਸੀਂ ਬੇਸਿਕ ਇਹੀ ਚੀਜ਼ ਯਾਦ ਰੱਖਣੀ, ਜਦੋਂ ਵੀ ਆਪਾਂ ਬਰਨ ਕਰਨਾ ਹੈ ਕਿਸੇ ਚੀਜ਼ ਨੂੰ, ਤਾਂ ਆਪਾਂ ਨੂੰ ਦੋ ਚੀਜ਼ਾਂ ਦੀ ਲੋੜ ਆ। ਇੱਕ ਤਾਂ ਫਿਊਲ ਦੀ ਲੋੜ ਹੁੰਦੀ ਆ ਅਤੇ ਇੱਕ ਹੁੰਦੀ ਆ ਆਪਾਂ ਨੂੰ ਏਅਰ ਦੀ ਲੋੜ। ਫਿਊਲ ਅਤੇ ਏਅਰ ਹੈਗੇ ਆ, ਆਪਾਂ ਕੀ ਆ ਉੱਥੇ ਹੀਟ ਪ੍ਰੋਡਿਊਸ ਕਰ ਸਕਦੇ ਹਾਂ। ਇੱਥੇ ਕੀ ਆ, ਆਪਣਾ ਫਿਊਲ ਜਿਹੜਾ ਆ ਉਹ ਹੈਗਾ ਕੋਲ, ਜਿਹੜਾ ਕਿ ਇੱਧਰੋਂ ਆ ਰਿਹਾ। ਜਿਹੜੀ ਏਅਰ ਆ ਉਹ ਦੇਖੋ ਆ ਫੋਰਸਡ ਡਰਾਟ ਫੈਨ ਤੋਂ ਆਪਾਂ ਏਅਰ ਇਨਟੇਕ ਲੈ ਰਹੇ ਹਾਂ। ਸੋ ਏਅਰ ਪ੍ਰੀ ਹੀਟਰ ਦੇ ਥਰੂ ਹੋ ਕੇ ਬੋਇਲਰ 'ਚ ਜਾ ਰਹੀ ਆ, ਕੋਲ ਜਿਹੜਾ ਉਹ ਡਾਇਰੈਕਟ ਜਾ ਰਿਹਾ। ਏਅਰ ਨੂੰ ਆਪਾਂ ਹੀਟ ਕਰਕੇ ਭੇਜਦੇ ਹਾਂ, ਬਿਕੋਜ਼ ਜੇ ਆਪਾਂ ਏਅਰ ਨੂੰ ਠੰਡਾ ਹੀ ਭੇਜ ਦੇਵਾਂਗੇ ਆਪਣੇ ਬੋਇਲਰ ਦੇ ਵਿੱਚ, ਤਾਂ ਕੀ ਹੋਊਗਾ, ਜਿਹੜਾ ਮੇਰਾ ਫਿਊਲ ਆ ਉਹ ਚੰਗੀ ਤਰ੍ਹਾਂ ਬਰਨ ਨਹੀਂ ਹੋਊਗਾ। ਫਿਊਲ ਚੰਗੀ ਤਰ੍ਹਾਂ ਬਰਨ ਨਹੀਂ ਹੋਊਗਾ ਜੇ ਆਪਾਂ ਠੰਡੀ ਏਅਰ ਜਾਂ ਨੋਰਮਲ ਏਅਰ ਭੇਜ ਦਾਂਗੇ। ਸੋ ਇਸ ਕਰਕੇ ਏਅਰ ਪ੍ਰੀ ਹੀਟਰ ਦੇ ਨਾਲ ਆਪਾਂ ਪਹਿਲਾਂ ਇਹਨੂੰ ਗਰਮ ਕਰਕੇ ਭੇਜਦੇ ਹਾਂ ਬੋਇਲਰ 'ਚ। ਸੋ ਬੋਇਲਰ ਦੇ ਵਿੱਚ ਹੁਣ ਕੀ ਹੋਇਆ, ਕੋਲ ਵੀ ਆ ਗਿਆ, ਏਅਰ ਵੀ ਆ ਗਈ। ਆਪਾਂ ਕੀ ਕਰਦੇ ਹਾਂ, ਕੰਬਸਸ਼ਨ ਚੈਂਬਰ ਜਿਹੜਾ ਹੁੰਦਾ ਉੱਥੇ ਕੋਲ ਨੂੰ ਬਰਨ ਕਰਦੇ ਹਾਂ। ਕੋਲ ਬਰਨ ਹੋਊਗਾ ਤਾਂ ਕੀ ਹੋਊਗਾ, ਜਿਹੜਾ ਬੋਇਲਰ 'ਚ ਵਾਟਰ ਆ ਦੇਖੋ, ਇੱਥੋਂ ਰਿਵਰ ਦੇ ਵਿੱਚੋਂ ਨਾ, ਰਿਵਰ 'ਚੋਂ ਆ ਦੇਖੋ ਵਾਟਰ ਆ ਰਿਹਾ ਇਕੋਨੋਮਾਈਜ਼ਰ ਦੇ ਥਰੂ ਬੋਇਲਰ 'ਚ। ਇਹਨੂੰ ਵੀ ਇਕੋਨੋਮਾਈਜ਼ਰ ਦੇ ਥਰੂ ਆਪਾਂ ਵਾਟਰ ਨੂੰ ਵੀ ਗਰਮ ਕਰਕੇ ਭੇਜਦੇ ਹਾਂ ਤਾਂ ਕਿ ਐਫੀਸ਼ੀਐਂਸੀ ਆਪਣੇ ਬੋਇਲਰ ਦੀ ਵੱਧ ਜਾਵੇ ਅਤੇ ਪੂਰੇ ਸਿਸਟਮ ਦੀ ਵੀ ਵੱਧ ਜਾਵੇ। ਸੋ ਪਾਣੀ ਆ ਗਿਆ ਮੇਰੇ ਕੋਲ, ਫਿਊਲ ਆ ਗਿਆ, ਹੀਟ ਆ ਗਈ, ਪਾਣੀ ਜਿਹੜਾ ਹੈ ਗਰਮ ਹੋਣਾ ਹੈ, ਉਹਨੇ ਬੋਇਲ ਹੋਣਾ ਹੈ, ਉਹਦੀ ਜਿਹੜੀ ਆ ਅੱਗੇ ਸਟੀਮ ਬਣਨੀ ਆ। ਠੀਕ ਆ, ਸਟੀਮ ਜਿਹੜੀ ਅੱਗੇ ਸੁਪਰ ਹੀਟਰ ਦੇ ਵਿੱਚ ਜਾਣੀ ਹੈ। ਹੁਣ ਜਿਹੜਾ ਮੇਰਾ ਸੁਪਰ ਹੀਟਰ ਹੁੰਦਾ ਆ ਉਹ ਕਿਉਂ ਲਾਇਆ, ਜਿਹੜਾ ਮੇਰੀ ਸਟੀਮ ਬਣਦੀ ਨਾ ਉਹਦਾ ਪ੍ਰੈਸ਼ਰ ਇੰਨਾ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਉਹ ਠੰਡੀ ਹੁੰਦੀ ਆ। ਸੋ ਆਪਾਂ ਕੀ ਕਰਦੇ ਹਾਂ, ਸੁਪਰ ਹੀਟਰ ਲਗਾ ਕੇ ਜਿਹੜੀ ਉਹ ਸਟੀਮ ਹੁੰਦੀ ਆ ਉਹਨੂੰ ਹੋਰ ਜ਼ਿਆਦਾ ਗਰਮ ਕਰ ਦਿੰਦੇ ਹਾਂ। ਗਰਮ ਕਰਨ ਨਾਲ ਕੀ ਹੁੰਦਾ, ਉਹਦਾ ਜਿਹੜਾ ਸਟੀਮ ਦਾ ਪ੍ਰੈਸ਼ਰ ਹੁੰਦਾ ਨਾ ਉਹ ਇਨਕਰੀਜ਼ ਹੋ ਜਾਂਦਾ। ਸੋ ਉਹ ਜਦੋਂ ਇਨਕਰੀਜ਼ ਹੁੰਦਾ ਪ੍ਰੈਸ਼ਰ ਤਾਂ ਉਹਦੀ ਸਪੀਡ ਓਬਵੀਅਸਲੀ ਵਧੂਗੀ। ਉਹ ਸਪੀਡ ਆਪਾਂ ਵਾਲਵ ਨਾਲ ਕੰਟਰੋਲ ਕਰਦੇ ਹਾਂ, ਜਿੱਦਾਂ ਆਪਾਂ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ 'ਚ ਇਨਲੈਟ ਵਾਲਵ ਲਾਇਆ ਸੀ, ਉੱਦਾਂ ਇੱਥੇ ਵੀ ਵਾਲਵ ਆ। ਸੋ ਉਹਨਾਂ ਸਪੀਡ ਨੂੰ ਆਪਾਂ ਕੰਟਰੋਲ ਕਰਕੇ ਟਰਬਾਈਨ ਦੇ ਉੱਪਰ ਜਿਹੜੀ ਆ ਸਟਰਾਈਕ ਕਰਾਉਂਦੇ ਹਾਂ, ਜਿਹੜੀ ਸਟੀਮ ਹੁੰਦੀ ਹੈ। ਠੀਕ ਹੈ, ਜਦੋਂ ਜਿਹੜੀ ਸਟੀਮ ਆ ਟਰਬਾਈਨ 'ਤੇ ਸਟਰਾਈਕ ਕੀਤੀ, ਮੇਰੀ ਟਰਬਾਈਨ ਜਿਹੜੀ ਆ ਉਹਨੇ ਰੋਟੇਟ ਹੋਣਾ, ਨਾਲ ਅਲਟਰਨੇਟਰ ਕਪਲ ਆ, ਅਲਟਰਨੇਟਰ ਨੇ ਵੀ ਰੋਟੇਟ ਹੋਣਾ। ਠੀਕ ਹੈ, ਐਕਸਾਈਟਰ ਵੀ ਲੱਗਾ ਹੋਇਆ, 400 ਵੋਲਟ ਦਾ ਐਕਸਾਈਟਰ ਹੁੰਦਾ ਹੈ, DC ਐਕਸਾਈਟਰ ਹੁੰਦਾ ਹੈ। ਸੋ ਅਲਟਰਨੇਟਰ ਨੇ ਸਪਲਾਈ ਪ੍ਰੋਡਿਊਸ ਕੀਤੀ, ਅੱਗੇ ਆਪਾਂ ਬਸ ਬਾਰ ਨੂੰ ਦੇ ਦਿੱਤੀ। ਟਰਬਾਈਨ 'ਚ ਜਿਹੜੀ ਮੇਰੀ ਸਟੀਮ ਬਚ ਗਈ ਆ
ਉਹਨੂੰ ਆਪਾਂ ਅੱਗੇ ਕੀ ਕੀਤਾ, ਕੰਡੈਂਸਰ ਦੇ ਵਿੱਚ ਭੇਜਤਾ। ਕੰਡੈਂਸਰ ਨੇ ਕੀ ਕੀਤਾ, ਸਟੀਮ ਨੂੰ ਠੰਡਾ ਕੀਤਾ। ਉਸ ਤੋਂ ਬਾਅਦ ਜਿਹੜੀ ਸਟੀਮ ਠੰਡੀ ਹੋਈ ਉਹ ਕੂਲਿੰਗ ਟਾਵਰ 'ਚ ਗਈ। ਕੂਲਿੰਗ ਟਾਵਰ ਦੇ ਵਿੱਚ ਆਪਾਂ ਕੀ ਕੀਤਾ, ਉਹਨੂੰ ਹੋਰ ਜ਼ਿਆਦਾ ਠੰਡਾ ਕਰਤਾ, ਜਿਹਦੇ ਨਾਲ ਕੀ ਹੋਈ, ਮੇਰੀ ਸਟੀਮ ਵਾਟਰ 'ਚ ਕਨਵਰਟ ਹੋ ਕੇ ਦੁਬਾਰਾ ਜਿਹੜੀ ਆ ਆਪਣੇ ਉਹਨੂੰ ਆਪਾਂ ਰੀਯੂਜ਼ ਕਰ ਲਿਆ। ਸੋ ਇਹ ਆਪਣਾ ਇੱਕ ਸਕੀਮੈਟਿਕ ਵਿਊ ਸੀਗਾ ਥਰਮਲ ਪਾਵਰ ਪਲਾਂਟ ਦਾ। ਨੈਕਸਟ ਆਪਣੇ ਕੋਲ ਜਿਹੜਾ ਆ ਉਹ ਆ ਜਾਂਦਾ ਡੀਜ਼ਲ, ਜਿਹੜਾ ਮੇਰਾ ਪਾਵਰ ਪਲਾਂਟ ਕਹਿ ਲਓ ਜਾਂ ਜਨਰੇਟਰ ਕਹਿ ਲਓ, ਡੀਜ਼ਲ ਜਨਰੇਟਰ। ਆਹ ਜਿਹੜਾ ਮੇਰਾ ਇੱਕ ਸਕੀਮੈਟਿਕ ਵਿਊ ਆ ਮੇਰਾ ਡੀਜ਼ਲ ਜਨਰੇਟਰ ਦਾ। ਇਹਦੇ ਵਿੱਚ ਕੀ ਹੋ ਰਿਹਾ, ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕੰਬਸਸ਼ਨ ਵਾਸਤੇ ਆਪਾਂ ਨੂੰ ਦੋ ਚੀਜ਼ਾਂ ਦੀ ਲੋੜ ਹੁੰਦੀ ਹੈ, ਇੱਕ ਫਿਊਲ ਦੀ ਅਤੇ ਇੱਕ ਏਅਰ ਦੀ। ਸੋ ਦੋਨੋਂ ਚੀਜ਼ਾਂ ਆਪਣੇ ਕੋਲ ਇੱਥੇ ਹੈਗੀਆਂ। ਫਿਊਲ ਹੈਗਾ ਜਿਹੜਾ ਡਾਇਰੈਕਟਲੀ ਜਿਹੜਾ ਆ ਇੰਜਨ ਦੇ ਵਿੱਚ ਜਾ ਰਿਹਾ, ਏਅਰ ਹੈਗੀ ਆ ਉਹ ਵੀ ਮੇਰੀ ਇੰਜਨ ਦੇ ਵਿੱਚ ਜਾ ਰਹੀ ਹੈ। ਏਅਰ ਨੂੰ ਆਪਾਂ ਪ੍ਰੀ ਹੀਟ ਕਰ ਰਹੇ ਹਾਂ। ਕਿੱਦਾਂ ਪ੍ਰੀ ਹੀਟ ਕਰ ਰਹੇ ਹਾਂ, ਜਿਹੜੀ ਮੇਰੀ ਹੀਟ ਐਗਜ਼ੌਸਟ ਜਿਹੜੀ ਗੈਸ ਜਾਂ ਐਗਜ਼ੌਸਟ ਤੋਂ ਜਿਹੜੀ ਗੈਸ ਨਿਕਲ ਰਹੀ ਸੀ ਉਹਦੀ ਹੀਟ ਨੂੰ ਆਪਾਂ ਯੂਟੀਲਾਈਜ਼ ਕਰਕੇ ਏਅਰ ਨੂੰ ਪਹਿਲਾਂ ਹੀ ਹੀਟ ਕਰ ਰਹੇ ਹਾਂ। ਏਅਰ ਆ ਗਈ, ਫਿਊਲ ਆ ਗਿਆ ਇੰਜਨ ਦੇ ਵਿੱਚ। ਸੋ ਇੰਜਨ ਮੇਰਾ ਜਿਹੜਾ ਆ ਉਹ ਚੱਲਣਾ ਸਟਾਰਟ ਹੋ ਜਾਣਾ। ਇੰਜਨ ਚੱਲਿਆ, ਇੰਜਨ ਦੇ ਨਾਲ ਇੰਜਨ ਇਹ ਉਹੀ ਜਿਹੜਾ ਆਪਣਾ ਕਾਰ ਵਗੈਰਾ ਦੇ ਵਿੱਚ ਇੰਜਨ ਹੁੰਦਾ ਉਹੀ ਇੰਜਨ ਹੁੰਦਾ ਹੈ। ਉਹਦੇ ਨਾਲ ਅੱਗੇ ਆਪਾਂ ਕੀ ਹੈ, ਜਨਰੇਟਰ ਨੂੰ ਕਪਲ ਕੀਤਾ ਹੋਇਆ। ਇੰਜਨ ਜਿਹੜਾ ਆ ਉਹ ਰੋਟੇਟ ਹੋਇਆ, ਉਹਦੇ ਨਾਲ ਮੇਰੀ ਜਿਹੜੀ ਆ ਜਨਰੇਟਰ ਜਿਹੜਾ ਉਹਨੇ ਵੀ ਰੋਟੇਟ ਹੋਣਾ ਅਤੇ ਇਲੈਕਟ੍ਰੀਸਿਟੀ ਮੇਰੀ ਪ੍ਰੋਡਿਊਸ ਹੋ ਜਾਣੀ ਆ। ਸੋ ਇਹ ਕੀ ਆ, ਬਹੁਤ ਹੀ ਇੱਕ ਸਿੰਪਲ ਜਿਹੜਾ ਆ ਮੈਥਡ ਆ ਇਲੈਕਟ੍ਰੀਸਿਟੀ ਨੂੰ ਪ੍ਰੋਡਿਊਸ ਕਰਨ ਦਾ। ਬਟ ਇਹਨੂੰ ਬਹੁਤ ਵੱਡੇ ਲੈਵਲ 'ਤੇ ਆਪਾਂ ਯੂਜ਼ ਨਹੀਂ ਕਰਦੇ। ਮਤਲਬ ਕਿ ਤੁਸੀਂ ਕਹਿ ਸਕਦੇ ਹਾਂ ਬਹੁਤ ਜਿਹੜੇ ਪੀਕ ਬੇਸ ਲੋਡ ਪਾਵਰ ਪਲਾਂਟ ਆ ਉਹਨਾਂ ਦੀ ਤਰ੍ਹਾਂ ਆਪਾਂ ਇਹਨਾਂ ਨੂੰ ਨਹੀਂ ਯੂਜ਼ ਕਰ ਸਕਦੇ। ਇਹਨਾਂ ਨੂੰ ਸਿਰਫ ਆਪਾਂ ਆਪਣੇ ਕਾਲਜ ਲੈਵਲ 'ਤੇ ਜਾਂ ਕੋਈ ਬਹੁਤ ਵੱਡੀ ਬਿਲਡਿੰਗ ਆ ਆਪਾਂ ਉੱਥੇ ਹੀ ਇਹਨਾਂ ਨੂੰ ਯੂਜ਼ ਕਰਦੇ ਹਾਂ। ਪੀਕ ਲੋਡ ਪਲਾਂਟ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਮੇਰੀ ਲਾਈਟ ਚਲੀ ਗਈ ਆ ਉਸੇ ਟਾਈਮ 'ਤੇ ਆਪਾਂ ਜਿਹੜੇ ਆ ਇਹਨਾਂ ਨੂੰ ਡੀਜ਼ਲ ਜਨਰੇਟਰ ਨੂੰ ਜਾਂ ਡੀਜ਼ਲ ਪਾਵਰ ਪਲਾਂਟ ਨੂੰ ਯੂਜ਼ ਕਰਦੇ ਹਾਂ। ਅਦਰਵਾਈਜ਼ ਆਪਾਂ ਇਹਨਾਂ ਨੂੰ ਬੇਸ ਲੋਡ ਦੇ ਉੱਪਰ ਆਪਾਂ ਨਹੀਂ ਯੂਜ਼ ਕਰਦੇ। ਨੈਕਸਟ ਇੱਕ ਹੋਰ ਬਹੁਤ ਇੰਪੋਰਟੈਂਟ ਜਿਹੜੀ ਆ ਮਟੀਰੀਅਲ ਆ ਜਿੱਥੋਂ ਆਪਾਂ ਐਨਰਜੀ ਲੈ ਸਕਦੇ ਹਾਂ, ਬਹੁਤ ਇੰਪੋਰਟੈਂਟ ਸੋਰਸ ਆਫ ਐਨਰਜੀ ਆ ਇਹ ਹੈਗਾ ਐਟੋਮਿਕ ਔਰ ਨਿਊਕਲੀਅਰ ਐਨਰਜੀ। ਸੋ ਇਹ ਵੀ ਇੱਕ ਬਹੁਤ ਹੀ ਇੰਪੋਰਟੈਂਟ ਸੋਰਸ ਆ ਮੇਰੀ ਐਨਰਜੀ ਨੂੰ ਪ੍ਰੋਡਿਊਸ ਕਰਨ ਦਾ। ਬਹੁਤ ਜ਼ਿਆਦਾ ਹੀਟ ਆਪਾਂ ਇੱਥੋਂ ਪ੍ਰੋਡਿਊਸ ਕਰ ਸਕਦੇ ਹਾਂ। ਜਿੱਦਾਂ ਕਿ ਲਿਖਿਆ ਵੀ ਹੋਇਆ ਤੁਸੀਂ ਦੇਖ ਸਕਦੇ ਹੋ, ਜਿਹੜਾ 1 kg ਨਿਊਕਲੀਅਰ ਫਿਊਲ ਹੁੰਦਾ ਨਾ ਉਹ 2500 ਟਨ ਕੋਲ ਦੇ ਬਰਾਬਰ ਹੁੰਦਾ। ਬਹੁਤ ਵੱਡਾ ਨੰਬਰ ਆ ਇਹ। 2500 ਟਨ ਕੋਲ ਦੇ ਬਰਾਬਰ ਹੁੰਦਾ ਸਿਰਫ 1 kg ਨਿਊਕਲੀਅਰ ਫਿਊਲ। ਸੋ ਤੁਸੀਂ ਸੋਚ ਲਓ ਕਿੰਨੀ ਪਾਵਰ ਹੋਊਗੀ ਇਹਦੇ ਵਿੱਚ, ਕਿੰਨੀ ਪਾਵਰ ਆਪਾਂ ਇੱਥੋਂ ਪ੍ਰੋਡਿਊਸ ਕਰ ਸਕਦੇ ਹਾਂ। ਜਾਂ ਫਿਰ ਕੰਪੈਰੀਜ਼ਨ ਜੇ ਆਪਾਂ ਕਰੀਏ ਇਹਦਾ, ਜਿੰਨੇ ਵੀ ਆਪਣੇ ਕਨਵੈਨਸ਼ਨਲ ਸੋਰਸਿਸ ਹੈਗੇ ਆ, ਜਿੰਨੇ ਵੀ ਆਪਣੇ ਕੋਲ ਕਨਵੈਨਸ਼ਨਲ ਸੋਰਸਿਸ ਜਾਣੀ ਕਿ ਕੋਲ ਅਤੇ ਫਿਊਲ ਜਿਹੜੇ ਆਪਣੇ ਕੋਲ ਹੈਗੇ ਆ, ਕਨਵੈਨਸ਼ਨਲ ਜਿਹੜੇ ਹੁੰਦੇ ਆ ਉਹ ਨੋਨ ਰੀਨਿਊਏਬਲ ਸੋਰਸਿਸ ਹੁੰਦੇ ਆ। 23 ਟਾਈਮਸ ਜਿਹੜੀ ਇਹਦੀ ਟੋਟਲ ਐਨਰਜੀ ਹੁੰਦੀ ਆ, ਜਿੰਨੀ ਇਹਦੀ ਐਨਰਜੀ ਕਨਵੈਨਸ਼ਨਲ ਸੋਰਸਿਸ ਦੀ ਹੁੰਦੀ ਆ ਉਹ ਤੋਂ 23 ਗੁਣਾ ਵੱਧ ਐਨਰਜੀ ਹੁੰਦੀ ਆ ਨਿਊਕਲੀਅਰ ਜਿਹੜਾ ਮੇਰਾ ਮਟੀਰੀਅਲ ਹੁੰਦਾ ਉਹਦੇ ਵਿੱਚ। ਸੋ ਤੁਸੀਂ ਖੁਦ ਸੋਚ ਸਕਦੇ ਆ ਕਿੰਨਾ ਜ਼ਿਆਦਾ ਪਾਵਰਫੁਲ ਹੁੰਦਾ ਜਿਹੜਾ ਨਿਊਕਲੀਅਰ ਮਟੀਰੀਅਲ ਹੁੰਦਾ। ਸੋ ਗੱਲ ਇਹੀ ਆ ਵੀ ਜਿਹੜਾ ਆਪਣਾ ਨਿਊਕਲੀਅਰ ਮਟੀਰੀਅਲ ਹੈ ਇਹਨੂੰ ਯੂਟੀਲਾਈਜ਼ ਕਰਨਾ ਆਪਾਂ ਬਿਲਕੁਲ ਸਹੀ ਤਰੀਕੇ ਦੇ ਨਾਲ, ਗਲਤ ਤਰੀਕੇ ਦੇ ਨਾਲ ਨਹੀਂ। ਆਪਾਂ ਇਹਨੂੰ ਸਹੀ ਤਰੀਕੇ ਨਾਲ ਯੂਟੀਲਾਈਜ਼ ਕਰਨਾ, ਇਹਨੂੰ ਇਲੈਕਟ੍ਰੀਸਿਟੀ ਬਣਾਉਣ ਵਾਸਤੇ ਆਪਾਂ ਯੂਜ਼ ਕਰਨਾ। ਟੋਟਲ ਜਿਹੜਾ ਹੈ ਆਪਣੇ ਇੰਡੀਆ ਦੇ ਵਿੱਚ ਵੀ ਕਾਫੀ ਜਗ੍ਹਾ ਯੂਜ਼ ਕਰਦੇ ਹਾਂ। ਤੁਸੀਂ ਦੇਖੋਗੇ ਤਾਂ ਤੁਹਾਨੂੰ ਨੈਸ਼ਨਲ ਜੀਓਗ੍ਰਾਫੀ ਨੇ ਇੱਕ ਆਪਣੀ ਡਾਕੂਮੈਂਟਰੀ ਵੀ ਬਣਾਈ ਹੋਈ ਆ ਤਾਰਾਪੁਰ ਨਿਊਕਲੀਅਰ ਪਾਵਰ ਪਲਾਂਟ 'ਤੇ। ਤੁਸੀਂ ਦੇਖ ਸਕਦੇ ਹੋ YouTube 'ਤੇ, ਜੇ ਤੁਹਾਡਾ ਇੰਟਰਸਟ ਹੋਵੇ ਤਾਂ। ਬਹੁਤ ਵਧੀਆ ਡਾਕੂਮੈਂਟਰੀ ਆ ਉਹ। ਸੋ ਟੋਟਲ 7380 ਮੈਗਾਵਾਟ ਜਿਹੜੀ ਐਨਰਜੀ ਪ੍ਰੋਡਿਊਸ ਕਰਦੇ ਹਾਂ ਆਪਾਂ ਇੰਡੀਆ ਦੇ ਵਿੱਚ, ਉਹ ਆਪਾਂ ਨਿਊਕਲੀਅਰ ਪਾਵਰ ਪਲਾਂਟ ਦੇ ਨਾਲ ਹੀ ਯੂਜ਼ ਕਰਦੇ ਹਾਂ। ਆਪਣੇ ਲਿਖੇ ਹੋਏ ਆ ਕਾਫੀ ਪਲੇਸਿਸ ਦੇ ਵਿੱਚ ਇਹ ਜਿਹੜੇ ਆ ਨਿਊਕਲੀਅਰ ਪਾਵਰ ਪਲਾਂਟ ਆਪਣੇ ਇੰਡੀਆ ਦੇ ਵਿੱਚ ਹੈਗੇ ਵੀ ਆ, ਤਾਮਿਲਨਾਡੂ, ਗੁਜਰਾਤ, ਉੱਤਰ ਪ੍ਰਦੇਸ਼, ਕਰਨਾਟਕਾ, ਰਾਜਸਥਾਨ, ਮਹਾਰਾਸ਼ਟਰ ਦੇ ਵਿੱਚ। ਸੋ ਇਹ ਜਿਹੜਾ ਆ ਮੇਰੇ ਕੋਲ ਇੱਕ ਡਾਇਗਰਾਮ ਜਾਂ ਸਕੀਮੈਟਿਕ ਵਿਊ ਜਿਹੜਾ ਆ ਨਿਊਕਲੀਅਰ ਪਾਵਰ ਪਲਾਂਟ ਦਾ, ਵੀ ਨਿਊਕਲੀਅਰ ਪਾਵਰ ਪਲਾਂਟ 'ਚ ਕੰਮ ਕਿੱਦਾਂ ਹੁੰਦਾ। ਆਹ ਮੇਰੇ ਕੋਲ ਆਪਣੇ ਕੋਲ ਹੈਗਾ ਆ ਨਿਊਕਲੀਅਰ ਰਿਐਕਟਰ। ਨਿਊਕਲੀਅਰ ਰਿਐਕਟਰ ਜਿਹੜਾ ਆ ਜਿੰਨੇ ਵੀ ਫਿਜ਼ਨ ਪ੍ਰੋਸੈਸ ਹੋਣਾ ਆ ਨਿਊਕਲੀਅਰ ਮਟੀਰੀਅਲ ਦਾ, ਉਹ ਇਹਦੇ ਵਿੱਚ ਨਿਊਕਲੀਅਰ ਰਿਐਕਟਰ ਦੇ ਵਿੱਚ ਹੀ ਹੁੰਦਾ। ਸੋ ਇਹਨੂੰ ਕੰਟੇਨਮੈਂਟ ਸਟਰਕਚਰ ਹੁੰਦਾ, ਕਿਉਂਕਿ ਜਿਹੜਾ ਨਿਊਕਲੀਅਰ ਮਟੀਰੀਅਲ ਹੁੰਦਾ ਤੁਹਾਨੂੰ ਵੀ ਪਤਾ ਰੇਡੀਓ ਐਕਟਿਵ ਮਟੀਰੀਅਲ ਹੁੰਦਾ ਹੈ। ਇਹ ਹਿਊਮਨ ਵਾਸਤੇ ਜਿਹੜਾ ਹਾਰਮਫੁਲ ਹੁੰਦਾ, DNA ਦੇ ਉੱਪਰ ਡਾਇਰੈਕਟ ਇਫੈਕਟ ਪਾਉਂਦਾ। ਇਸ ਕਰਕੇ ਜਿਹੜਾ ਹੁੰਦਾ ਬੜੀ ਸੇਫਟੀ ਰੱਖਣੀ ਪੈਂਦੀ ਹੈ। ਜਿਹੜਾ ਨਿਊਕਲੀਅਰ ਰਿਐਕਟਰ ਹੁੰਦਾ ਜਿੱਥੇ ਸਪੈਸ਼ਲੀ ਕੋਰ ਹੋਵੇ ਜਿਹੜੀ ਨਿਊਕਲੀਅਰ ਰਿਐਕਟਰ ਦੇ, ਉੱਥੇ ਬਹੁਤ ਜ਼ਿਆਦਾ ਸੇਫਟੀ ਰੱਖ ਕੇ ਚੱਲਣਾ ਪੈਂਦਾ ਹੈ। ਕੰਮ ਕੀ ਹੁੰਦਾ ਆ, ਆਪਣੇ ਕੋਲ ਕੋਰ ਜਿਹੜੀਆਂ ਆ ਨਾ ਇਹਦੇ ਵਿੱਚ ਐਕਚੁਅਲ 'ਚ ਨਿਊਕਲੀਅਰ ਮਟੀਰੀਅਲ ਹੁੰਦਾ ਆ। ਇੱਥੇ ਆਪਾਂ ਫਿਜ਼ਨ ਪ੍ਰੋਸੈਸ ਨੂੰ ਯੂਜ਼ ਕਰਕੇ ਹੀਟ ਪ੍ਰੋਡਿਊਸ ਕਰਦੇ ਹਾਂ, ਬਹੁਤ ਸਾਰੀ ਹੀਟ। ਉਹ ਜਿਹੜੀ ਹੀਟ ਹੁੰਦੀ ਆ ਨਾ ਉਹਨੂੰ ਆਪਾਂ ਡਾਇਰੈਕਟ ਬਾਹਰ ਨਹੀਂ ਲੈ ਕੇ ਆਉਂਦੇ, ਆਪਾਂ ਉਹਨੂੰ ਇਨਡਾਇਰੈਕਟ ਵੇ ਦੇ ਨਾਲ ਬਾਹਰ ਲੈ ਕੇ ਆਉਂਦੇ ਹਾਂ। ਜਿਹੜਾ ਪਾਈਪਸ ਹੁੰਦੇ ਨੇ ਇਹਦੇ ਵਿੱਚ ਇੱਕ ਫਲੂਇਡ ਹੁੰਦਾ, ਆਪਾਂ ਡਾਇਰੈਕਟ ਹੀਟ ਪਾਣੀ ਨੂੰ ਦੇਣ ਦੀ ਬਜਾਏ ਆਪਾਂ ਕੀ ਕਰਦੇ ਹਾਂ, ਫਲੂਇਡ ਜਿਹੜਾ ਹੁੰਦਾ ਇਹਨੂੰ ਗਰਮ ਕਰਦੇ ਹਾਂ। ਅਤੇ ਇਹ ਜਿਹੜਾ ਫਲੂਇਡ ਹੁੰਦਾ ਆ ਇਹ ਅੱਗੇ ਜਾਂਦਾ ਇਸ ਚੈਂਬਰ ਦੇ ਵਿੱਚ।
ਇਸ ਚੈਂਬਰ ਦੇ ਵਿੱਚ ਹੁਣ ਮੇਰੇ ਕੋਲ ਕੀ ਆ, ਵਾਟਰ ਹੈਗਾ ਇਸ ਚੈਂਬਰ 'ਚ, ਠੀਕ ਆ। ਸੋ ਟਿਊਬਸ ਦੇ ਵਿੱਚੋਂ ਕੀ ਆ, ਮੇਰਾ ਗਰਮ ਫਲੂਇਡ ਗਿਆ, ਜਿਹਨੇ ਕੀ ਕੀਤਾ ਸਰਾਊਂਡਿੰਗ ਏਰੀਆ 'ਚ ਵਾਟਰ ਜਿਹੜਾ ਸੀ ਉਹਨੂੰ ਗਰਮ ਕੀਤਾ। ਉਹ ਜਿਹੜਾ ਵਾਟਰ ਗਰਮ ਹੋਇਆ ਉਹਦੀ ਜਿਹੜੀ ਆ ਸਟੀਮ ਬਣਨੀ ਆ, ਵਾਟਰ ਬੋਇਲ ਹੋਣਾ, ਉਹਦੀ ਸਟੀਮ ਬਣਨੀ। ਸੋ ਉਹਦੀ ਜਿਹੜੀ ਆ ਦੇਖੋ ਸਟੀਮ ਬਣੀ ਆ, ਉਹ ਸਟੀਮ ਨੂੰ ਆਪਾਂ ਕੀ ਕੀਤਾ, ਟਰਬਾਈਨ ਦੇ ਉੱਪਰ ਸਟਰਾਈਕ ਕਰਵਾਇਆ। ਟਰਬਾਈਨ ਮੇਰੀ ਰੋਟੇਟ ਹੋਈ, ਅੱਗੇ ਨਾਲ ਉਹਦੇ ਜਨਰੇਟਰ ਕਪਲ ਕੀਤਾ ਹੋਇਆ ਆਪਾਂ। ਜਨਰੇਟਰ ਜਿਹੜਾ ਇਹਨੇ ਇਲੈਕਟ੍ਰਿਸਿਟੀ ਪ੍ਰੋਡਿਊਸ ਕੀਤੀ ਤਾਂ ਅੱਗੇ ਆਪਾਂ ਗ੍ਰਿਡ ਨੂੰ ਜਿਹੜੀ ਆ ਆਪਣੀ ਇਲੈਕਟ੍ਰਿਸਿਟੀ ਦੇ ਦਿੱਤੀ। ਉਸ ਤੋਂ ਬਾਅਦ ਜਿਹੜੀ ਸਟੀਮ ਹੁਣ ਮੇਰੀ ਬਚ ਗਈ ਆ, ਉਹਨੂੰ ਆਪਾਂ ਕੀ ਕਰਨਾ ਅੱਗੇ ਸੇਮ ਹੀ ਜਿੱਦਾਂ ਥਰਮਲ ਤੇ ਹਾਈਡਰੋ ਪਾਵਰ ਪਲਾਂਟ 'ਚ ਵੀ ਆਪਾਂ ਕਰਦੇ ਹਾਂ, ਹਾਈਡਰੋ 'ਚ ਨਹੀਂ ਸੌਰੀ ਥਰਮਲ ਦੇ ਵਿੱਚ ਆਪਾਂ ਜਿੱਦਾਂ ਕਰਦੇ ਹਾਂ, ਕੰਡੈਂਸਰ ਨੂੰ ਦੇਣਾ। ਸੋ ਜਿਹੜੀ ਸਟੀਮ ਆ ਉਹ ਕੰਡੈਂਸਰ 'ਚ ਆਊਗੀ, ਉਹ ਸਟੀਮ ਠੰਡੀ ਹੋਊਗੀ, ਉਹਦੀਆਂ ਵਾਟਰ ਡ੍ਰੌਪਲੈਟਸ ਬਣਨਗੀਆਂ। ਜਿਹੜੀ ਸਟੀਮ ਬਚ ਗਈ ਉਹਨੂੰ ਆਪਾਂ ਅੱਗੇ ਕੂਲਿੰਗ ਟਾਵਰ ਦੇ ਵਿੱਚ ਭੇਜਾਂਗੇ। ਕੂਲਿੰਗ ਟਾਵਰ ਜਿਹੜਾ ਕੀ ਕਰੂਗਾ, ਜਿਹੜੀ ਸਟੀਮ ਆ ਉਹਨੂੰ ਹੋਰ ਜ਼ਿਆਦਾ ਠੰਡਾ ਕਰਕੇ ਉਹਦੀਆਂ ਵਾਟਰ ਵੇਪਰਸ ਉਹਦੇ ਬਣਾਊਗਾ ਅਤੇ ਅੱਗੇ ਕੀ ਆ, ਅੱਗੇ ਰਿਵਰ ਨੂੰ ਦੇ ਦੂਗਾ, ਜਾਂ ਫਿਰ ਉਸੇ ਹੀ ਵਾਟਰ ਨੂੰ ਆਪਾਂ ਜਿਹੜਾ ਦੁਬਾਰਾ ਵੀ ਯੂਜ਼ ਕਰ ਸਕਦੇ ਹਾਂ ਆਪਣੇ ਰਿਐਕਟਰ ਕੋਰ ਦੇ ਵਿੱਚ। ਇਹ ਹੈਗਾ ਆਪਣਾ ਨਿਊਕਲੀਅਰ ਪਾਵਰ ਪਲਾਂਟ ਦਾ ਸਕੀਮੈਟਿਕ ਡਾਇਗਰਾਮ। ਨੈਕਸਟ ਆਪਣੇ ਕੋਲ ਆ ਜਾਂਦਾ ਆ ਬਾਇਓਮਾਸ। ਹੁਣ ਬਾਇਓਮਾਸ ਕੀ ਚੀਜ਼ ਹੁੰਦੀ ਆ? ਬਾਇਓਮਾਸ ਐਕਚੁਅਲ ਦੇ ਵਿੱਚ ਨਾ ਆਪਣਾ ਜਿਹੜਾ ਹਿਊਮਨ ਅਤੇ ਐਨੀਮਲ ਵੇਸਟ ਆ ਉਹਨੂੰ ਹੀ ਆਪਾਂ ਬਾਇਓਮਾਸ ਕਹਿ ਦਿੰਦੇ ਆ। ਜਿਹੜਾ ਬਾਇਓ ਮਾਸ ਹੁੰਦਾ ਨਾ, ਇਹਨੂੰ ਆਪਾਂ ਇੱਕ ਤਰ੍ਹਾਂ ਕੈਮੀਕਲ ਐਨਰਜੀ 'ਚ ਕਨਵਰਟ ਕਰਕੇ ਜਿਹੜੀ ਗੈਸ ਬਣਦੀ ਆ ਉਹਨੂੰ ਆਪਾਂ ਅੱਗੇ ਬਰਨ ਕਰ ਸਕਦੇ ਹਾਂ। ਸੋ ਤੁਹਾਨੂੰ ਮੈਂ ਇਹਦਾ ਡਾਇਗਰਾਮ ਦਿਖਾਉਣਾ, ਉੱਥੋਂ ਤੁਹਾਨੂੰ ਜ਼ਿਆਦਾ ਕਲੀਅਰ ਹੋਊਗਾ। ਦੇਖੋ ਇੱਕ ਡਾਇਗਰਾਮ ਆ, ਦੇਖੋ ਸਕੀਮੈਟਿਕ ਡਾਇਗਰਾਮ ਇਹਦਾ ਬਣਿਆ ਹੋਇਆ। ਇਹਦੇ ਵਿੱਚ ਕੀ ਆ, ਜਿਹੜਾ ਤੁਸੀਂ ਆਹ ਦੇਖ ਰਹੇ ਹੋ ਨਾ ਬੋਟਮ ਦੇ ਵਿੱਚ, ਇਹ ਐਕਚੁਅਲ 'ਚ ਆਹ ਚੈਂਬਰ ਨੇ, ਠੀਕ ਹੈ। ਸੋ ਆਪਾਂ ਕੀ ਕਰਦੇ ਹਾਂ, ਇਹ ਜਿਹੜੇ ਚੈਂਬਰ ਹੁੰਦੇ ਆ ਇਹਨਾਂ ਦੇ ਵਿੱਚ ਆਪਾਂ ਐਨੀਮਲ ਵੇਸਟ ਜਾਂ ਆਪਣੇ ਜਿਹੜੇ ਹਿਊਮਨ ਵੇਸਟ ਜਾਂ ਫਿਰ ਹੋਰ ਜਿਹੜਾ ਆਪਣੇ ਘਰ ਦਾ ਵੇਸਟ ਮਟੀਰੀਅਲ ਹੈਗਾ ਉਹਨੂੰ ਆਪਾਂ ਇਸ ਚੈਂਬਰ ਦੇ ਵਿੱਚ ਸਿੱਟਦੇ ਹਾਂ। ਉਸ ਤੋਂ ਬਾਅਦ ਕੀ ਕਰਦੇ ਹਾਂ, ਇਹਦੇ ਵਿੱਚ ਆਪਾਂ ਪਾਣੀ ਪਾਉਂਦੇ ਹਾਂ, ਅਤੇ ਪਾਣੀ ਦੇ ਪਾਉਣ ਦੇ ਨਾਲ ਕੀ ਹੁੰਦਾ, ਇਹਨਾਂ ਥੋੜ੍ਹੇ ਚਿਰ ਬਾਅਦ ਇਹਨਾਂ ਦੀ ਕੈਮੀਕਲ ਰਿਐਕਸ਼ਨ ਦੇ ਨਾਲ ਜਿਹੜੀ ਆ ਉਹ ਗੈਸ ਪ੍ਰੋਡਿਊਸ ਹੁੰਦੀ ਹੈ, ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਬਾਇਓਗੈਸ। ਸੋ ਜਿਹੜੀ ਬਾਇਓਗੈਸ ਹੁੰਦੀ ਆ ਉਹਨੂੰ ਆਪਾਂ ਘਰਾਂ ਦੇ ਵਿੱਚ ਜਿਹੜਾ ਖਾਣਾ ਬਣਾਉਣ ਵਾਸਤੇ ਵੀ ਯੂਜ਼ ਕਰ ਸਕਦੇ ਹਾਂ, ਅਤੇ ਉਹੀ ਬਾਇਓਗੈਸ ਨੂੰ ਆਪਾਂ ਜਿਹੜਾ ਆ ਬਰਨ ਕਰਕੇ ਅਤੇ ਉਹਦੇ ਨਾਲ ਕੀ ਕਰ ਸਕਦੇ ਹਾਂ, ਆਪਾਂ ਪਾਣੀ ਨੂੰ ਬੋਇਲ ਕਰਕੇ ਅੱਗੇ ਇਲੈਕਟ੍ਰੀਸਿਟੀ ਵੀ ਜਨਰੇਟ ਕਰ ਸਕਦੇ ਹਾਂ। ਉਹੀ ਮੈਥਡ ਆ ਦੇਖੋ ਇੱਥੇ ਵੀ ਆਪਾਂ ਲਿਖਿਆ ਵੀ ਹੋਇਆ ਹੈ, ਇਟ ਇਜ਼ ਮਿਕਸਡ ਵਿਦ ਵਾਟਰ ਬਾਈ ਐਕਸ਼ਨ ਆਫ ਬੈਕਟੀਰੀਆ ਐਂਡ ਬਾਇਓਮਾਸ ਗੈਸ ਇਜ਼ ਪ੍ਰੋਡਿਊਸਡ ਵਿਚ ਇਜ਼ ਸਟੋਰਡ ਇਨ ਟੈਂਕ ਐਂਡ ਕੈਪਟ ਅਵੇ ਫਰੋਮ ਏਅਰ। ਜਿਹੜੀ ਬਾਇਓਗੈਸ ਹੁੰਦੀ ਹੈ ਫਲੇਮੇਬਲ ਹੁੰਦੀ ਹੈ ਐਕਚੁਅਲੀ, ਇਸੇ ਕਰਕੇ ਇਹਨੂੰ ਆਪਾਂ ਖਾਣਾ ਬਣਾਉਣ ਵਾਸਤੇ ਵੀ ਯੂਜ਼ ਕਰਦੇ ਹਾਂ, ਬਰਨ ਕਰਦੇ ਹਾਂ। ਇਹਨੂੰ ਆਪਾਂ ਵਾਟਰ ਨੂੰ ਬੋਇਲ ਕਰਕੇ ਜਿਹੜੀ ਇਹਦੀ ਸਟੀਮ ਬਣਦੀ ਆ ਉਹਨਾਂ ਨਾਲ ਆਪਾਂ ਅੱਗੇ ਕੀ ਕਰਦੇ ਹਾਂ, ਇਲੈਕਟ੍ਰੀਸਿਟੀ ਵੀ ਪ੍ਰੋਡਿਊਸ ਕਰ ਸਕਦੇ ਹਾਂ। ਆਪਣੇ ਇੰਡੀਆ ਦੇ ਵਿੱਚ ਇਹਨੂੰ ਵੈਸੇ ਤਾਂ ਬਹੁਤ ਘੱਟ ਛੋਟੇ ਲੈਵਲ 'ਤੇ ਯੂਜ਼ ਕਰਦੇ ਹਾਂ, ਬਟ ਇੱਕ ਹਰਿਆਣਾ ਆਪਣੇ ਹੈਗਾ ਆ ਇੰਡੀਆ ਦੇ ਵਿੱਚ ਫਸਟ ਸਟੇਟ ਆ ਜਿਹਨੇ ਕਿ ਇੱਕ ਬਾਇਓਗੈਸ 'ਤੇ ਚੱਲਣ ਵਾਲਾ ਜਾਂ ਬਾਇਓਮਾਸ 'ਤੇ ਚੱਲਣ ਵਾਲਾ ਇੱਕ ਜਿਹੜਾ ਆ ਗ੍ਰਿਡ ਹੀ ਲਗਾਇਆ ਆ, ਠੀਕ ਹੈ, ਜਿਹਦੀ ਕਪੈਸਿਟੀ ਜਿਹੜੀ ਆ 1.2 ਮੈਗਾਵਾਟ ਆ। ਜਿਹੜਾ ਹਰਿਆਣਾ ਫਸਟ ਸਟੇਟ ਆ ਇਹ ਪਲਾਂਟ ਲਾਉਣ ਵਾਲਾ। ਸੋ ਆਹ ਡਾਇਗਰਾਮ ਤੁਸੀਂ ਦੇਖ ਲਿਆ। ਸੋ ਇਸ ਦੇ ਨਾਲ ਹੀ ਆਪਣਾ ਜਿਹੜਾ ਅੱਜ ਦਾ ਟੌਪਿਕ ਸੀਗਾ ਸੋਰਸਿਸ ਆਫ ਐਨਰਜੀ, ਇਹ ਖਤਮ ਹੋ ਚੁੱਕਾ ਹੈ। ਤੁਹਾਡਾ ਜਿਹੜਾ ਫਸਟ ਚੈਪਟਰ ਆ ਜਨਰੇਸ਼ਨ ਦੇ ਚੈਪਟਰ ਦਾ ਫਸਟ ਟੌਪਿਕ ਸੀ, ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਲੱਗਾ ਹੋਊਗਾ। ਜੇ ਤੁਹਾਡਾ ਕੋਈ ਵੀ ਡਾਊਟ ਹੈਗਾ ਆ ਤਾਂ ਤੁਸੀਂ ਕਿਸੇ ਵੀ ਟਾਈਮ 'ਤੇ ਪੁੱਛ ਸਕਦੇ ਹੋ, ਬਿਕੋਜ਼ ਅਸੀਂ ਇੰਨੀ ਮਿਹਨਤ ਕਰਕੇ ਲੈਕਚਰ ਤਿਆਰ ਕਰਦੇ ਹਾਂ, ਜੇ ਤੁਹਾਨੂੰ ਵੀ ਸਮਝ ਨਾ ਲੱਗਾ ਤਾਂ ਸਾਡੀ ਮਿਹਨਤ ਜਿਹੜੀ ਆ ਬੇਕਾਰ ਆ। ਇਸ ਕਰਕੇ ਜੇ ਕੋਈ ਵੀ ਡਾਊਟ ਆ ਲੈਕਚਰ ਦੇ ਵਿੱਚ ਕੁਝ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਉਹ ਵੀ ਦੱਸ ਸਕਦੇ ਆ। ਕੋਈ ਤੁਹਾਡਾ ਕੁਐਸਚਨ ਆ ਲੈਕਚਰ ਦੇ ਰਿਗਾਰਡਿੰਗ ਤੁਸੀਂ ਉਹ ਵੀ ਦੱਸ ਸਕਦੇ ਆ। YouTube ਦੇ ਉੱਪਰ ਲੈਕਚਰ ਹੈਗਾ, ਤੁਸੀਂ ਕਮੈਂਟ ਕਰਕੇ ਕੁਐਸਚਨ ਪੁੱਛ ਸਕਦੇ ਆ, ਬਟ ਤੁਹਾਨੂੰ ਸਮਝ ਲੱਗਣੀ ਚਾਹੀਦੀ ਹਰ ਚੀਜ਼। ਓਕੇ, ਥੈਂਕ ਯੂ।